ما كان محمد أبا أحد من رجالكم ولكن رسول الله। मर्द ते औरत दो सो सकते हैं। ਅਗਰ ਤੁਸੀਂ ਇਹ ਕਹਿੰਦੇ ਹੋ ਕਿ ਉੱਥੇ ਕੁੜੀਆਂ ਮੁੰਡੇ ਨਾਲ ਨੱਚਣ ਗਾਣ ਫਾਸ਼ੀ ਕਰਨ, ਅੱਜ ਵੀ ਨਾ ਅਸੀਂ ਉਸ ਕਲਚਰ ਤੋਂ ਬਿਲੋਂਗ ਕਰਦੇ। ਸਾਡੀ ਭੈਣਾਂ ਵੀ ਸਾਡੇ ਸਾਹਮਣੇ ਦੁਪੱਟਾ ਲੈ ਕੇ ਆਉਂਦੀਆਂ ਨੇ। ਇੱਕ ਮਰਦ ਟਿਕਟੌਕ ਦੇ ਉੱਤੇ ਫੋਸ਼ ਕੰਟੈਂਟ ਵੀ ਵੇਖ ਰਿਹਾ, ਲੱਭ ਕੇ ਰਿਹਾ, ਉਹਨੂੰ ਫਾਸ਼ੀ ਨਹੀਂ ਕਰਨੀ ਚਾਹੀਦੀ, ਉਹਨੂੰ ਵਿਆਹ ਕਰਨਾ ਚਾਹੀਦਾ। ਉਹਨੂੰ ਵਿਆਹ ਕਰਨਾ ਚਾਹੀਦਾ ਹੈ। ਮੁਆਸ਼ਰੇ ਦੇ ਅੰਦਰ 90% ਘਰ ਪਤਾ ਕਿਉਂ ਬਰਬਾਦ ਹੋ ਰਹੇ ਨੇ? ਚੀਟਿੰਗ ਦੀ ਵਜ੍ਹਾ ਤੋਂ, ਐਕਸਟਰਾ ਮੈਰਿਟਲ ਅਫੇਅਰਸ ਦੀ ਵਜ੍ਹਾ ਤੋਂ। ਇੱਕ ਕੁੜੀ ਦੀ ਬੇਹੁਰਮਤੀ ਕੀਤੀ ਜਾਏ, ਸ਼ਾਦੀ ਤੋਂ ਬਗੈਰ ਉਹਦੇ ਨਾਲ ਫਿਰਿਆ ਟੁਰਿਆ ਜਾਏ, ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਏ, ਇਹ ਕੁੜੀ ਦੀ ਇੱਜ਼ਤ ਹੈਗੀ ਹੈ। ਅਸੀਂ ਤੁਹਾਡਾ ਮੁਕੱਦਮਾ ਲੜ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕੁੜੀ ਨੂੰ ਇੱਜ਼ਤ ਮਿਲਣੀ ਚਾਹੀਦੀ ਹੈ। ਇੰਜ ਨਹੀਂ ਮਿਲੇਗੀ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਮਿਲੇਗੀ, ਦੋਸਤੀ ਕਰਕੇ ਮਿਲੇਗੀ। ਉਹਨੂੰ ਕੁਝ ਕਰਨੇ ਮੇਰਾ ਸ਼ਾਦੀ ਕਰ, ਨਿਕਾਹ ਕਰ, ਇੱਜ਼ਤ ਦੇ ਮੁਝੇ। ਤੇ ਠੀਕ ਹੈ, ਆਬਵੀਅਸਲੀ ਨਿਕਾਹ ਕਰੇ। ਤੇ ਨਿਕਾਹ ਤੋਂ ਪਹਿਲੇ ਜਿਹੜਾ 6 ਸਾਲ ਜਿਹੜਾ ਫਿਰਦੇ ਟੁਰਦੇ ਰਹਿੰਦੇ ਨੇ, ਮਰਦ ਰੱਜ ਜਾਂਦਾ, ਉਹ ਛੱਡ ਦਿੰਦਾ। ਇਹੀ ਤਾਂ ਸਿਆਪਾ ਹੈ। ਹਰ ਵਿਆਹ ਤੋਂ ਬਾਅਦ ਵੀ ਰੱਜ ਕੇ ਦੂਜਾ ਕਰ ਹੀ ਲੈਂਦਾ ਨਾ। ਸ਼ਾਦੀ ਨੀਡ ਹੈਗੀ ਹੈ ਨਾ। ਉਹ ਜਿਹੜੀ ਨੀਡ ਹੈ ਨਾ, ਉਹ ਇੱਕ ਨੀਡ ਹੈ, ਇੱਕ ਔਰਤ ਤੋਂ ਵੀ ਪੂਰੀ ਤੁਸੀਂ ਹੁੰਦੀ ਕਿਸ ਹੈ। ਤਰ੍ਹਾਂ ਫੈਸਲਾ ਕਰ ਸਕਦੇ ਹੋ? ਇੱਕ ਬੰਦੇ ਦੀ 4 ਹੋ ਸਕਦੀ ਹੈ, ਇੱਕ ਬੰਦੇ ਦੀ 2 ਹੋ ਸਕਦੀ ਹੈ। ਫਿਤਰਤ ਹੋਈ ਨਾ ਬੰਦੇ ਦੀ। ਬਿਲਕੁਲ, ਬਹੁਤ ਅੱਛੀ ਗੱਲ ਕੀਤੀ। ਉਸ ਫਿਤਰਤ ਦੀ ਵਜ੍ਹਾ ਤੋਂ ਮੇਰੇ ਰੱਬ ਨੇ ਅਲਾਉ ਕੀਤਾ 4 6 ਸਾਲ 3 ਸਾਲ ਦਾ ਬੱਚਾ ਬੱਚੀ ਹੈ, ਉਹਨੂੰ ਵੇਖ ਕੇ ਜੋ ਅਟਰੈਕਟ ਹੁੰਦਾ ਹੈ, ਕੱਟ ਦੇਣਾ ਚਾਹੀਦਾ ਤੇ ਸਰੇਆਮ ਸੰਸਾਰ ਕਰ ਦੇਣਾ ਚਾਹੀਦਾ। ਛਿਪਕਲੀ ਆ ਜਾਣਾ ਘਰ ਦੇ ਤੇ ਚੀਕਾਂ ਮਾਰਨਾ ਸ਼ੁਰੂ ਕਰ ਦਿੰਦੀ ਹੈ ਕੁੜੀ। ਤੇ ਤੁਸੀਂ ਕਹਿ ਰਹੇ ਹੋ ਸ਼ਾਨਾ ਬਸ਼ਾਨਾ ਖੜੀ ਹੋ। ਅਸੀਂ ਜੋ ਰਾਤ ਨੂੰ ਬਾਹਰ ਜਾਂਦੇ ਨਾ, ਅਸੀਂ ਜਿੰਨਾਂ ਤੋਂ ਨਹੀਂ ਡਰਦੇ, ਅਸੀਂ ਬੰਦਿਆਂ ਤੋਂ ਹੀ ਡਰਨੇ ਆ। ਮੇਰੀ ਢਾਚੀ ਦੇ ਗਲ ਵਿੱਚ ਟੱਲੀਆਂ ਵੇ ਮੈਂ ਪੀਰ ਮਨਾਵਨ ਚੱਲੀਆਂ ਸ਼ਾਨਾ ਵਾਲਿਆ ਪੀਰਾ। ਮੇਰੀ ਢਾਚੀ ਦੇ ਗਲ ਵਿੱਚ ਟੱਲੀਆਂ ਵੇ ਮੈਂ ਪੀਰ ਮਨਾਵਨ ਚੱਲੀਆਂ ਸ਼ਾਨਾ ਵਾਲਿਆ ਪੀਰਾ। ਪੀਰਾ ਹੋ ਪੀਰਾ, ਪੀਰਾ ਹੋ ਓ ਪੀਰਾ। ਮੇਰੇ ਹੱਥ ਕਟੋਰਾ ਲੱਸੀ ਦਾ ਮੇਰਾ ਪੀਰ ਨਜਫ ਵਿੱਚ ਵਸੀਦਾ ਸ਼ਾਨਾ ਵਾਲਿਆ ਪੀਰਾ। ਪੀਰਾ ਹੋ ਪੀਰਾ। अस्सलाम वालेकुम एवरीवन, मैं हेमन ज़ारा जाफरी ते तुसी वेख रहे हो समा पंजाबी पॉडकास्ट। आज तुसी कह रहे होगे कि मैं बहुत ही मुहज़्ज़ब ते बहुत ही ज़रा डिसेंट एलिगेंट जी कुड़ी लग रही हैं ते कलाम पढ़ रही हैं। क्या बात है, मेरे भी कई ज़्यादा शेड्स ने। ते ਅੱਜ ਮੈਂ ਇਸ ਲਈ ਕਲਾਮ ਪੜ੍ਹੀ ਕਿਉਂਕਿ ਸਾਡੇ ਨਾਲ ਅੱਜ ਪਰਸਨੈਲਿਟੀ ਹੀ ਐਸੀ ਮੌਜੂਦ ਨੇ। ਸਾਡੇ ਨਾਲ ਮੌਜੂਦ ਨੇ ਇੱਕ ਸੋਸ਼ਲ ਮੀਡੀਆ ਦੀ ਵਾਇਰਲ ਸੈਂਸੇਸ਼ਨ ਤੇ ਡਿਫਰੈਂਟ ਐਬਿਲਿਟੀਜ਼ ਤੇ ਪ੍ਰੋਫੈਸ਼ਨਸ ਦੀ ਵਜ੍ਹਾ ਤੋਂ ਜਾਣੇ ਜਾਂਦੇ ਨੇ। ਉਹ ਡਾਕਟਰ ਵੀ ਨੇ, ਸੋਸ਼ਲ ਐਂਟਰਪ੍ਰੈਨਿਓਰ ਵੀ ਨੇ, ਇੱਕ ਮੀਡੀਆ ਪਰਸਨੈਲਿਟੀ ਵੀ ਨੇ। ਸਾਡੇ ਨਾਲ ਮੌਜੂਦ ਨੇ ਨਨ ਅਦਰ ਦੈਨ, ਪਲੀਜ਼ ਵੈਲਕਮ ਡਾਕਟਰ ਸੁਬੈਯੁਲ ਇਕਰਾਮ। अस्सलाम वालेकुम सर। वालेकुम सलाम। ਕੀ ਹਾਲ ਚਾਲ ਹੈ? अल्हम्दुलिल्लाह ठीक। ਸਭ ਤੋਂ ਪਹਿਲਾਂ ਜੀ ਆਏ ਨੂੰ ਸਾਡੇ ਪ੍ਰੋਗਰਾਮ ਦੇ ਵਿੱਚ। ਠੀਕ ਠਾਕ ਹੋ? ਤਬੀਅਤ ਠੀਕ ਹੈ? ਕੋਈ ਮਸਲਾ ਤੇ ਨਹੀਂ ਹੋਇਆ ਅੰਚ? नहीं कोई मसला नहीं। ਅੱਛਾ ਡਾਕਟਰ ਸਾਹਿਬ, ਇਹ ਦੱਸੋ ਕਿ ਤੁਹਾਨੂੰ ਮੁਖਤਲਿਫ ਹਵਾਲਿਆਂ ਦੇ ਨਾਲ ਜਾਣਿਆ ਜਾਂਦਾ, ਡਾਕਟਰ, ਸਕਾਲਰ, ਫਿਰ ਇੱਕ ਬਹੁਤ ਹੀ ਸਕਸੈਸਫੁਲ ਐਂਟਰਪ੍ਰੈਨਿਓਰ, ਤੇ ਅਸਲ ਸੁਬੈਯੁਲ ਇਕਰਾਮ ਜੇ ਮੈਂ ਪੁੱਛਾਂ ਉਹ ਕੌਣ ਹੈ? ਅਸਲ 'ਚ ਇੱਕ ਮੈਂ ਇਹੋ ਜਿਹਾ ਬੰਦਾ ਹੈਗਾ ਜਿਹੜਾ ਆਪਣੇ ਰੱਬ ਦੀ ਰਹਿਮਤ ਦਾ ਮੁਹਤਾਜ ਹੈਗਾ ਅਤੇ ਹਮੇਸ਼ਾ ਮੈਂ ਸਮਝਦਾ ਹੈਗਾ ਕਿ ਮੇਰੇ ਅੰਦਰ ਕੋਈ ਖਾਸ ਗੱਲ ਨਹੀਂ ਹੈਗੀ। ਇਹ ਇੱਜ਼ਤਾਂ ਇਹ ਅੱਲਾਹ ਤਾਲਾ ਦੇ ਫਜ਼ਲ ਕਰਮ ਨਾਲ ਜਿਹੜੀ ਸ਼ੋਹਰਤਾਂ ਹੈਗੀਆਂ ਨੇ, ਇਹ ਅੱਲਾਹ ਤਾਲਾ ਦੀ ਦੇਣ ਹੁੰਦੀ ਹੈ। ਜਿਹਨੂੰ ਅੱਲਾਹ ਤਾਲਾ ਚਾਹਵੇ ਉਹਨੂੰ ਦੇ ਦਿੰਦਾ। ਇਹ ਇਨਸਾਨ ਜਿਹੜਾ ਕਹਿੰਦਾ ਨਾ ਮੈਂ ਕੁਛ ਹੈਗਾ, ਮੇਰੇ ਅੰਦਰ ਕੋਈ ਫਹਿਮ ਫਿਰਾਸਤ ਅਕਲ ਬਹੁਤ ਜ਼ਿਆਦਾ ਹੈਗੀ ਹੈ, ਉਹ ਇਨਸਾਨ ਹੀ ਗੁੰਮਰਾਹੀ ਵੱਲ ਜਾਂਦਾ ਹੈ। ਅਤੇ ਇਹੋ ਜਿਹੀ ਸੋਚ ਰੱਖਣ ਵਾਲਾ ਇਨਸਾਨ ਜਿਹੜਾ ਹੈਗਾ ਨਾ ਉਹ ਡੁੱਬ ਜਾਂਦਾ ਹੈ, ਉਹਦਾ ਕੱਖ ਨਹੀਂ ਰਹਿੰਦਾ। ਬਿਲਕੁਲ ਇਸ ਤਰ੍ਹਾਂ। ਅਤੇ ਸਾਰੀਆਂ ਗੱਲਾਂ ਨੂੰ ਜੇ ਮੈਂ ਸਮ ਅਪ ਕਰਨਾ ਚਾਹਵਾਂ ਤਾਂ ਇੱਕ ਇਹ ਸਵਾਲ ਕਿ ਪਹਿਲੀ ਗੱਲ
ਤੇ ਤੁਹਾਡੀ ਲਾਈਫ ਦੇ ਉੱਤੇ ਫਿਲਮ ਬਣੇ, ਪਹਿਲੀ ਗੱਲ ਤੇ ਬਣਨ ਦਿਓਗੇ, ਤੇ ਜੇ ਬਣਨ ਦਿਓਗੇ ਤੇ ਉਹਦਾ ਟਾਈਟਲ ਕੀ ਹੋਣਾ ਚਾਹੀਦਾ ਤੁਹਾਡੇ ਅਕੋਰਡਿੰਗਲੀ? ਵੈਸੇ ਤਾਂ ਮੈਂ ਇੰਨਾ ਕੋਈ ਫਿਲਮਾਂ ਦਾ ਸ਼ੌਕੀਨ ਨਹੀਂ ਹੈਗਾ, ਨਾ ਮੈਂ ਕੋਈ ਦੇਖਦਾ, ਨਾ ਕੋਈ ਮੇਰੇ ਕੋਲ ਟਾਈਮ ਹੈਗਾ, ਤੇ ਅੱਲਾਹ ਤਾਲਾ ਮੈਨੂੰ ਦੂਰ ਹੀ ਰੱਖਿਆ ਇਹੋ ਜਿਹੇ ਕੰਮਾਂ ਤੇ। ਮੈਂ ਚਾਹੁੰਦਾ ਕਿ ਮੈਂ ਪ੍ਰੋਡਕਟਿਵ ਰਵਾਂ। ਮੈਂ ਫਿਲਮ ਤੇ ਪ੍ਰੋਡਕਟਿਵਿਟੀ ਹੀ ਹੈ। ਇਟਸ ਐਨ ਐਸਕੇਪਿਸਟ ਮੀਡੀਆ, ਮਤਲਬ ਉਹ ਰਿਐਲਿਟੀ ਤੋਂ ਤੁਹਾਨੂੰ ਸਕੇਪ ਕਰਕੇ ਕਿਸੇ ਹੋਰ ਦੁਨੀਆ 'ਚ ਚਲਾ ਜਾਂਦਾ। ਕਿੱਥੇ ਰਿਐਲਿਟੀ ਹੈਗੀ ਹੈ? ਇੱਕ ਅਦਾਕਾਰ ਜਿਹਨੂੰ ਤੁਸੀਂ ਆਪਣਾ ਹੀਰੋ ਮੰਨਦੇ ਪਏ ਹੋ, 50 ਬੰਦਾ ਉਹਨੂੰ ਪਰਫੈਕਟ ਬਣਾਉਣ ਦੇ ਉੱਤੇ ਤੁਲਿਆ ਹੋਇਆ, ਉਹ ਇੱਕ ਸਕ੍ਰਿਪਟ ਪੜ੍ਹ ਰਿਹਾ ਜਿਹੜਾ ਇੱਕ ਰਾਈਟਰ ਨੇ ਲਿਖਿਆ ਹੋਇਆ, ਉਹ ਕਿਹੜਾ ਪ੍ਰੋਡਕਟਿਵ ਹੈਗਾ? ਬਲਕਿ ਮੈਂ ਸਮਝਦਾ ਹੈਗਾ ਕਿ ਲੋਕਾਂ ਨੂੰ ਗੁੰਮਰਾਹ ਕਰਨ 'ਚ ਮੀਡੀਆ ਦਾ ਬਹੁਤ ਅਹਿਮ ਕਿਰਦਾਰ ਹੈਗਾ। ਅਤੇ ਇਹੋ ਜਿਹੀ ਫਿਲਮਾਂ, ਕਿੰਨੀ ਕੁ ਫਿਲਮਾਂ ਬਣਦੀਆਂ ਹੋਣਗੀਆਂ ਪ੍ਰੋਡਕਟਿਵ? 99% ਫਿਲਮਾਂ 'ਚ ਫਾਸ਼ੀ ਪ੍ਰਮੋਟ ਹੁੰਦੀ ਹੈ, ਕੋਈ ਬੇਹਯਾਈ ਪ੍ਰਮੋਟ ਹੁੰਦੀ ਹੈ। ਮੇਰਾ ਤਾਂ ਜਿਹੜਾ ਮੰਨਣਾ ਹੈਗਾ, ਬਾਕੀ ਕਦੀ ਮੈਂ ਸੋਚਿਆ ਨਹੀਂ ਇਸ ਬਾਰੇ 'ਚ। ਫਿਰ ਵੀ ਕੋਈ ਇੱਕ ਟਾਈਟਲ ਫॉर ਇੰਸਟੈਂਸ ਅੱਛੀ ਫਿਲਮ ਬਣੇ ਐਸ ਪਰ ਯੂ, ਉਹ 1% ਵਾਲੀ ਕੋਈ ਇੱਕ ਅੱਛੀ ਫਿਲਮ ਤੁਹਾਡੇ ਤੇ ਬਣ ਜਾਏ, ਤੇ ਉਹਦਾ ਕੀ ਟਾਈਟਲ ਹੋਏਗਾ? ਉਹਦਾ ਟਾਈਟਲ ਕੀ ਹੋਏਗਾ? ਮੁਹਤਾਜ ਸ਼ਖਸ ਜਾਂ ਮੁਹਤਾਜ? ਸਿੰਪਲ वन। हाँ, ਮੁਹਤਾਜ। अल्लाह की रहमत पे मैं अल्लाह ताला को दुआ मंगदा कि मैनू कभी अपने अलावा किसी का मुहताज ना करी। ਬਿਲਕੁਲ ਠੀਕ। ਅੱਛਾ, ਤੁਹਾਡੀ ਜ਼ਿੰਦਗੀ 'ਚ ਕੋਈ ਸਭ ਤੋਂ ਕੋਈ ਐਸਾ ਮੁਸ਼ਕਿਲ ਫੇਜ਼ ਆਇਆ, ਮਤਲਬ ਕਿ ਜਿਹਨੂੰ ਤੁਸੀਂ ਹੁਣ ਤੱਕ ਭੁਲਾ ਨਹੀਂ ਸਕੇ, ਜਿਹਨੇ ਤੁਹਾਡੇ ਉੱਤੇ ਕਹਿ ਲਓ ਕਿ ਬੜੀ ਤਬਦੀਲੀ ਲੈ ਆਈ ਉਹ ਚੀਜ਼? ਬਿਲਾਸ਼ੁਬਾ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਜਿਹੜਾ ਹੈਗਾ ਨਾ, ਬੜੇ ਉਤਾਰ ਚੜਾਵ ਆਉਂਦੇ ਨੇ, ਇਹ ਨਸ਼ੀਬ ਫਰਾਜ਼ ਨੇ ਜ਼ਿੰਦਗੀ ਦੇ। ਮੇਰੇ ਨਾਲ ਕਈ ਵਾਕਿਆਤ ਹੋਏ ਨੇ, ਲੇਕਿਨ ਇਹ ਤਮਾਮ ਤਰ ਵਾਕਿਆ ਜਿਹੜੇ ਮੇਰੀ ਜ਼ਿੰਦਗੀ 'ਚ ਹੋਏ ਨੇ, ਉਹਦੇ 'ਚ ਸਭ ਤੋਂ ਵੱਡਾ ਕਰਮ ਮੇਰੇ ਰੱਬ ਦੇ ਜ਼ਾਤ ਦਾ ਰਿਹਾ। ਮੈਂ ਹਰ ਮੁਸੀਬਤ, ਹਰ ਪਰੇਸ਼ਾਨੀ, ਹਰ ਦੁੱਖ, ਹਰ ਗਮ ਤੋਂ ਬਾਅਦ ਜਿਹੜਾ ਹੈਗਾ ਨਾ, ਰੱਬ ਦੀ ਕੁਰਬਤ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਤਲਬ ਮੈਂ ਉਹ ਬੰਦਾ ਨਹੀਂ ਰਿਹਾ ਜਿੱਥੇ ਮੁਸੀਬਤ ਆਏ ਤੇ ਉਹ ਰੱਬ ਨੂੰ ਹੀ ਆਪਣੇ ਜਿਹੜੇ ਗਿਲੇ ਸ਼ਿਕਵੇ ਸ਼ੁਰੂ ਕਰ ਦੇ ਰਿਹਾ, ਦੀਨ ਤੋਂ ਦੂਰ ਹੋ ਗਿਆ। ਤੇ ਮੈਂ ਅਲਹਮਦੁਲਿਲਾ, ਮੈਂ ਅੱਲਾਹ ਤਾਲਾ ਕਰੋੜ ਫਜ਼ਲ ਕਰੋੜ ਸ਼ੁਕਰ ਹੈਗਾ ਕਿ ਮੈਂ ਕੋਈ ਵੀ ਕ੍ਰਾਈਸਿਸ ਦੇ ਅੰਦਰ ਆਪਣੇ ਰੱਬ ਨੂੰ ਬਹੁਤ ਜ਼ਿਆਦਾ ਪਹਿਚਾਨਿਆ, ਤੇ ਮੈਂ ਹਰ ਕ੍ਰਾਈਸਿਸ ਤੋਂ ਬਾਅਦ ਨਿਖਰ ਕੇ ਬਾਹਰ ਆਇਆ। ਅੱਛਾ, ਵੈਸੇ ਤੁਹਾਡੀ ਅਰਲੀ ਲਾਈਫ ਵੱਲ ਮੈਂ ਜਾਵਾਂ, ਮਤਲਬ ਬਿਲਕੁਲ ਜਦੋਂ ਬਚਪਨਾ ਸੀ, ਤੁਸੀਂ ਸਾਊਦੀਆ ਵੀ ਤੁਹਾਡਾ ਟਾਈਮ ਗੁਜ਼ਰਿਆ, ਤੇ ਕਿਸ ਤਰ੍ਹਾਂ ਦੇ ਬੱਚੇ ਸੋ ਤੁਸੀਂ? ਸ਼ਰਾਰਤੀ ਸੋ, ਖਾਮੋਸ਼ ਸੋ? ਇੱਕ ਵਾਰੀ ਆਪਣੇ ਭਰਾ ਦੇ ਨਾਲ ਖੇਡਦਾ ਪਿਆ ਸਾਂ, ਤੇ ਮੈਂ ਕੈਂਚੀ ਨਾਲ ਖੇਡਦਾ ਪਿਆ ਸੀ, ਤੇ ਬਾਲ ਮੈਂ ਥੋੜ੍ਹੇ ਜਿਹੇ ਕੱਟੇ, ਥੋੜ੍ਹੇ ਛੋਟੇ ਹੋ ਗਏ, ਫਿਰ ਮੈਂ ਡਿਜ਼ਾਈਨਿੰਗ ਕਰਦੇ ਉਹਦਾ ਪੂਰਾ ਬੇੜਾ ਗਰਕ ਕਰ ਦਿੱਤਾ ਬਾਲਾਂ ਦਾ। ਤੇ ਆਖਰ 'ਚ ਆ ਕੇ ਮਜਬੂਰਨ ਇੰਨਾ ਉਹਦਾ ਹਸ਼ਰ ਬੁਰਾ ਹੋ ਗਿਆ ਕਿ ਮੈਨੂੰ ਉਹਦੀ ਟੇਢੀ ਕਰਨੀ ਪੈ ਗਈ ਆਪਣੇ ਛੋਟੇ ਭਾਈ। ਤੇ ਉਹ ਮੈਨੂੰ ਬੜੀ ਅੱਛਾ, ਬੜੀ ਕੁੱਟਫੀ ਬੜੀ ਮੇਰੇ ਪਹਿਲੇ ਭਰਾ ਕੋਲੋਂ ਪਈ ਹੋਣੀ? ਨਹੀਂ, ਭਰਾ ਛੋਟਾ ਸੀ ਨਾ, ਉਹਦਾ ਤੇ ਵਸ ਨਹੀਂ ਚੱਲਿਆ, ਲੇਕਿਨ ਵਾਲਦੈਨ ਦੋਨਾਂ ਨੇ ਰਲ ਕੇ ਫਿਰ ਮੈਂ ਇੱਕ WWE ਖੇਡੀ ਮੇਰੇ ਨਾਲ। ਅੱਛਾ, ਮੈਂ ਸੁਣਿਆ ਤੁਸੀਂ ਆਪਣੇ ਵਾਲਿਦ ਦੀ ਗੱਡੀ ਦੀਆਂ 12 ਡੁਪਲੀਕੇਟ ਚਾਬੀਆਂ ਵੀ ਬਣਾ ਕੇ ਰੱਖੀਆਂ ਸਨ। ਉਹ ਤੇ ਰੂਟੀਨ ਹੈ ਨਾ, ਉਹ ਤੇ ਉਹ ਮੇਰੇ ਵਾਲਿਦ ਸਾਹਿਬ ਦੇ ਕੋਲ ਜੀਪ ਸੀ ਪਜੀਰੋ। ਮੈਂ ਨਵੀਂ ਗੱਡੀ ਚਲਾਉਣਾ ਸਿੱਖੀ ਸੀ, ਤੇ ਮੇਰੇ ਵਾਲਿਦ ਸਾਹਿਬ ਗੱਡੀ ਦੀ ਚਾਬੀ ਛੁਪਾ ਕੇ ਸੋ ਜਾਂਦੇ ਸਨ। ਤੇ ਮੈਂ ਇੱਕ ਵਾਰੀ ਵਾਲਿਦ ਸਾਹਿਬ ਦੀ ਗੱਡੀ ਦੀ ਚਾਬੀ ਚੋਰੀ ਕੀਤੀ, ਤੇ ਮੈਂ ਨਾ ਕੋਈ 2 ਦਰਜਨ ਚਾਬੀਆਂ ਬਣਵਾ ਲਈਆਂ। ਤੇ ਉਹ ਰੋਜ਼ ਮੈਂ ਬਾਹਰ ਨਿਕਲਦਾ, ਰੋਜ਼ ਫੜਿਆ ਜਾਂਦਾ ਸੀ, ਚਾਬੀ ਮੇਰੀ ਜ਼ਬਤ ਹੋ ਜਾਂਦੀ ਸੀ। ਫਿਰ ਬਹਰਹਾਲ ਫਿਰ ਵਾਲਿਦ ਸਾਹਿਬ ਨੇ ਥੋੜ੍ਹਾ ਜਿਹਾ ਜਿਹੜਾ ਕੰਪਰੋਮਾਈਜ਼ ਕੀਤਾ, ਕਹਿੰਦੇ ਨੇ ਯਾਰ ਨਾ ਤੇਰਾ ਫਾਇਦਾ ਹੋ ਰਿਹਾ, ਨਾ ਮੇਰਾ ਦੁਕਾਨਦਾਰ ਦਾ ਫਾਇਦਾ ਹੋ ਰਿਹਾ, ਤੇ ਆਪਸ ਵਿੱਚ ਸਲਾਹ ਮਸ਼ਵਰੇ ਨਾਲ ਨਾ ਇੱਕ ਸੈਟਿੰਗ ਬਣਾ ਲਈਏ, ਤੇ ਤੂੰ ਚਾਬੀਆਂ ਚੋਰੀ ਨਾ ਕਰ, ਮੈਂ ਤੈਨੂੰ ਇੱਕ ਟਾਈਮ ਫਰੇਮ ਫਿਕਸ ਕਰ ਲਿਆ ਜਿੱਦਾਂ ਗੱਡੀ ਤੇ ਚਲਾਉਣੀ ਹੈ, ਤੇ ਦੱਸ ਕੇ ਜਾਇਆ ਕਰ। ਅੱਛਾ, ਜਦੋਂ ਸ਼ੁਰੂ ਗੱਡੀਆਂ ਚਲਾਉਂਦੇ ਹੋਏਗੇ ਉਦੋਂ ਮੁੰਡੇ ਬੜੇ ਰੇਸਾਂ ਲਾਉਂਦੇ ਨੇ, ਡਰਿਫਟਿੰਗ ਤੇ ਰਾਤ ਨੂੰ ਮੈਂ ਹਮੇਸ਼ਾ ਮੈਂ ਓਵਰ ਸਪੀਡਿੰਗ ਬੇਸ਼ੱਕ ਕੀਤੀ ਹੋਈ ਹੈ, ਮੈਂ ਰੈਸ਼ ਡਰਾਈਵਿੰਗ ਕਦੇ ਨਹੀਂ ਕੀਤੀ ਹੋਈ। ਮਤਲਬ ਮੈਂ ਰੈਸ਼ ਡਰਾਈਵਿੰਗ ਇਹੋ ਜਿਹੀ ਨਹੀਂ ਕੀਤੀ ਕਿ ਮੈਨੂੰ ਖੌਫ ਆਏ। ਹਾਂ, ਮੈਂ ਅਲਬੱਤਾ 220 ਦੀ ਸਪੀਡਾਂ 'ਤੇ ਅਸੀਂ ਗੱਡੀ ਚਲਾਉਂਦੇ ਸਾਂ, ਕਿਉਂਕਿ ਅਸੀਂ ਰਹਿੰਦੇ ਵੀ ਰਿਆਦ ਸਾਂ ਸਾਊਦੀ ਅਰਬ। ਤੇ ਇਹ ਕਦੀ ਨਹੀਂ ਹੋਇਆ ਕਿ ਮੈਂ ਰੈਸ਼ ਬੜੀ ਗੰਦੀ ਗੱਡੀ ਕਦੀ ਠੋਕੀ? ਅੱਛਾ, ਅੱਲਾ ਦਾ ਇਹ ਵੀ ਬਹੁਤ ਵੱਡਾ ਫਜ਼ਲ ਹੋਇਆ ਜ਼ਿੰਦਗੀ 'ਚ ਅੱਜ ਤੱਕ ਮੇਰਾ। ਅੱਲਾ ਦੀ ਕਰਮ, ਅੱਲਾ ਦੇ ਫਜ਼ਲ, ਅੱਲਾ ਦੀ ਰਹਿਮਤ ਨਾਲ ਕੋਈ ਇੰਨਾ ਖਾਸ ਐਕਸੀਡੈਂਟ ਨਹੀਂ ਹੋਇਆ। ਖਾਸ ਨਹੀਂ ਮਤਲਬ ਕਦੀ ਉਂਝ ਤੇ ਵੱਜ ਜਾਂਦੀ ਹੈ, ਮਤਲਬ ਕੋਈ ਬੰਪਰ ਲੱਗ ਗਿਆ ਹੋਗਾ, ਲੇਕਿਨ ਅਲਹਮਦੁਲਿਲਾ ਇਹੋ ਜਿਹਾ ਕੋਈ ਮਾਮਲਾ ਤਾਂ ਨਹੀਂ ਹੋਇਆ। ਅੱਛਾ, ਤੁਸੀਂ ਸ਼ੁਰੂ 'ਚ ਸਾਊਦੀ ਅਰਬ ਰਹਿੰਦੇ ਸੋ, ਤੇ ਉਦੋਂ ਦੀਆਂ ਕੋਈ ਐਸੀਆਂ ਬਚਪਨ ਦੀਆਂ ਯਾਦਾਂ ਜਿਹੜੀ ਹਲੇ ਵੀ ਯਾਦ ਕਰੋ ਨਾ ਤੇ ਬੇਚੈਨ ਹੋ ਜਾਂਦੇ ਹੋ ਕਿ ਮਤਲਬ ਹੁੰਦਾ ਨਾ ਸਮਟਾਈਮ ਤੁਸੀਂ ਬਹੁਤ ਜ਼ਿਆਦਾ ਆਪਣੇ ਪਾਸ ਚਲ ਜਾਂਦੇ ਹੋ, ਦਿਲ ਚਾਹੁੰਦਾ ਕਿ ਯਾਰ ਮੈਂ ਉਸ ਮੂਮੈਂਟ 'ਚ ਦੁਬਾਰਾ ਜਾਵਾਂ? ਨਹੀਂ, ਐਕਚੁਅਲੀ ਸਾਊਦੀ ਅਰਬ ਦੇ ਅੰਦਰ ਜਿਹੜਾ ਹੈਗਾ ਨਾ, ਮੈਂ ਇੱਕ ਆਪਣੇ ਵਾਲਿਦਾਂ ਨੂੰ ਬੜਾ ਸਟਰਗਲ ਕਰਦਿਆਂ ਵੇਖਿਆ ਹੋਇਆ, ਤੇ ਮੈਂ ਆਈ ਐਮ ਵੈਰੀ ਹੈਪੀ ਇਨ ਪਾਕਿਸਤਾਨ। ਮੈਂ ਪਾਕਿਸਤਾਨ ਦੇ ਅੰਦਰ ਰਹਿਣਾ, ਇਹ ਜਿਹੜੀ ਜ਼ਿੰਦਗੀ ਅੱਲਾਹ ਤਾਲਾ ਨੇ ਮੈਨੂੰ ਅਤਾ ਕੀਤੀ ਹੈ, ਮੇਰੇ ਵਾਸਤੇ ਆਈਡੀਅਲ ਹੀ ਹੈ। ਅਲਬੱਤਾ ਇਹ ਵੇ ਕਿ ਹਾਂ ਮੈਂ ਪਿੱਛੇ ਮੈਂ ਉਹ ਲਾਈਫ ਦੁਬਾਰਾ ਜੀਣਾ ਚਾਹਾਂ, ਨਹੀਂ, ਉਹ ਦੈਟ ਵਾਜ਼ ਅ ਸਟਰਗਲਿੰਗ ਫੇਜ਼ ਫॉर ਮਾਈ ਪੇਰੈਂਟਸ, ਐਂਡ
and they struggled a lot to make us successful, ਨਹੀਂ ਤਾਂ ਤੁਸੀਂ ਡਾਕਟਰ ਬਣੇ ਮਗਰ ਤੁਸੀਂ ਪ੍ਰੈਕਟਿਸ ਨਹੀਂ ਕੀਤੀ, ਤੁਸੀਂ ਪ੍ਰੋਫੈਸ਼ਨ ਚੇਂਜ ਕੀਤਾ। ਮੈਂ ਇੱਕ ਸਾਲ ਪ੍ਰੈਕਟਿਸ ਕੀਤੀ ਸੀ ਜਿਨਾ ਹਸਪੀਟਲ। ਮੈਨੂੰ ਹਮੇਸ਼ਾ ਕਾਰੋਬਾਰ ਦਾ ਸ਼ੌਕ ਸੀ ਤੇ ਮੇਰੀ ਵਾਲਦਾ ਦੀ ਖੁਆਇਸ਼ ਸੀ ਕਿ ਮੈਂ ਡਾਕਟਰ ਬਣਾ। ਉਹਨਾਂ ਨੇ ਮਜਬੂਰ ਕੀਤਾ। ਲੰਬੀ ਪੜ੍ਹਾਈ ਹੈ, ਉਹਨੇ ਬੜਾ ਮੈਨੂੰ ਮਜਬੂਰ ਕੀਤਾ ਹੈ, ਉਹਨਾਂ ਨੇ ਮਜਬੂਰ ਕੀਤਾ। ਉਹਨਾਂ ਦੀ ਖੁਆਇਸ਼ ਸੀ ਮੈਂ ਡਾਕਟਰ ਬਣਾ, ਬਸ ਮੈਂ ਡਿਗਰੀ ਲੈ ਲਵਾਂ। ਹਾਲਾਂਕਿ ਉਹ ਵੀ ਕਹਿੰਦੇ ਸਨ ਤੂੰ ਡਿਗਰੀ ਲੈ ਕੇ ਬਿਜ਼ਨਸ ਹੀ ਕਰ। ਉਹਨਾਂ ਦੀ ਖੁਆਇਸ਼ ਸੀ ਬਿਜ਼ਨਸਮੈਨ ਬਣਾ, ਡਿਗਰੀ ਨਾਲ ਡਾਕਟਰ ਲਾਣਾ, ਨਾਲ ਡਾਕਟਰ ਲਾਣਾ, ਤਾਂ ਉਹ ਲੱਗ ਗਿਆ। ਅੱਛਾ, ਹਾਫਜ਼ੇ ਕੁਰਾਨ ਹੋ ਤੁਸੀਂ, ਕੁਰਾਨ ਹਿਫਜ਼ ਕਰਨ ਦਾ ਫੈਸਲਾ ਕਿਉਂਕਿ ਡਾਕਟਰ ਤੇ ਅੰਮੀ ਨੇ ਬਣਾਤਾ, ਤੇ ਫਿਰ ਹਾਫਜ਼ੇ ਕੁਰਾਨ ਵਾਲੇ ਪਾਸੇ ਕਿਵੇਂ ਆਇਆ? ਮੇਰੇ ਵਾਲਿदैन ਦੀ ਖੁਆਇਸ਼ ਸੀ ਕਿ ਮੈਂ ਡਾਕਟਰ ਬਣਾ। ਮੇਰਾ ਨਾਮ ਵੀ ਜਿਹੜਾ ਹੈਗਾ ਹਰਮ ਦੇ ਇਮਾਮ ਸਨ, ਉਹਨਾਂ ਦੇ ਨਾਂ ਤੋਂ ਰੱਖਿਆ ਗਿਆ ਸੀ। ਤੇ ਉਹਨਾਂ ਨੇ ਮੈਂ ਜਦੋਂ ਪੈਦਾ ਹੋਇਆ ਤਦ ਦਾ ਉਹਨਾਂ ਦਾ ਇੱਕ ਖੁਆਇਸ਼ ਸੀ ਕਿ ਮੈਂ ਹਿਫਜ਼ ਕਰਾਂ। ਤੇ 10 ਸਾਲ ਦੀ ਉਮਰ 'ਚ ਉਹਨਾਂ ਨੇ ਮੇਰੇ ਕੋਲ ਸਕੂਲ ਛੁਡਾ ਕੇ ਮੈਨੂੰ ਹਿਫਜ਼ ਕਰਵਾਇਆ। ਫਿਰ ਉਸ ਤੋਂ ਬਾਅਦ ਮੈਂ ਕੋਈ 10 ਮਹੀਨੇ ਹਿਫਜ਼ ਕੀਤਾ। ਉਸ ਤੋਂ ਬਾਅਦ ਮੈਂ ਦੁਬਾਰਾ ਸਕੂਲ ਗਿਆ। ਮੇਰੇ ਵਾਲਿਦ ਸਾਹਿਬ, ਮੇਰੀ ਵਾਲਦਾ, ਮੈਨੂੰ 8-9 ਘੰਟੇ ਲੈ ਕੇ ਬੈਠੇ ਹੁੰਦੇ ਸਨ, ਪੜ੍ਹਾਉਂਦੇ ਸਨ ਮੈਨੂੰ। ਕੁਰਾਨ ਵੀ ਹਿਫਜ਼ ਕਰਾ ਕੇ ਮੈਨੂੰ ਵਾਲਦਾ ਤਰਜਮਾ ਕਰਾ ਕੇ ਮੈਨੂੰ ਹਿਫਜ਼ ਕਰਾਉਂਦੇ ਸਨ। ਅੱਛਾ, ਤੁਸੀਂ ਇੱਕ ਆਇਤ ਪੜ੍ਹੀ ਸੀ, ਤੁਹਾਡੀ ਬੜੀ ਵਾਇਰਲ ਹੋਈ ਸੀ। ਉਸ ਤੋਂ ਬਾਅਦ ਕੈਸਾ ਮਹਿਸੂਸ ਹੋਇਆ ਜਦੋਂ ਲੋਕ ਪਹਿਚਾਨਣ ਲੱਗ ਗਏ, ਵਾਇਰਲ ਹੋ ਗਏ? ਅੱਲਾਹ ਤਾਲਾ ਦਾ ਬੜਾ ਕਰਮ ਹੈਗਾ, ਅੱਲਾਹ ਤਾਲਾ ਦਾ ਬੜਾ ਅਹਿਸਾਨ ਹੈਗਾ ਕਿ ਅੱਲਾਹ ਤਾਲਾ ਤੁਹਾਨੂੰ ਇੱਕ ਸ਼ੋਹਰਤ ਦੇਵੇ ਤੇ ਸ਼ੋਹਰਤ ਵੀ ਇੰਨੀ ਅਜ਼ੀਮ ਚੀਜ਼ ਤੋਂ ਦੇਵੇ। ਕੁਰਾਨ ਮਜੀਦ ਤੋਂ ਇਨਸਾਨ ਪਹਿਚਾਨਿਆ ਜਾਏ, ਕੁਰਾਨ ਦੀ ਆਇਤ ਦੀ ਵਜ੍ਹਾ ਤੋਂ ਲੋਕੀ ਤੁਹਾਨੂੰ ਜਾਣਨ, ਤੁਹਾਡੀ ਤਾਰੀਫ ਕਰਨ, ਤੇ ਇਸ ਤੋਂ ਵੱਡਾ ਇਜ਼ਾਜ਼ ਕੋਈ ਨਹੀਂ ਹੁੰਦਾ। ਅਸੀਂ ਵੀ ਸੁਣਨਾ ਚਾਹਾਂਗੇ ਜੇ ਤੁਸੀਂ ਸੁਣਾਓ ਤੇ। ਬਿਸਮਿल्लाहिर्रहमानिर्रहीम। ما كان محمد أبا أحد من رجالكم ولكن رسول الله وخاتم النبيين وكان الله بكل شيء عليما। ਬਹੁਤ ਖੂਬਸੂਰਤ, ਮਾਸ਼ਾਅੱਲਾ। ਸਰ ਇਹ ਦੱਸੋ, ਮੀਡੀਆ ਪਰਸਨ ਹੁੰਦੇ, ਤੁਹਾਡਾ ਆਮਿਰ ਲਿਆਕਤ ਸਾਹਿਬ ਨਾਲ ਵੀ ਬੜਾ ਟਾਈਮ ਗੁਜ਼ਰਿਆ ਤੇ ਉਹ ਐਜ਼ ਅ ਪਰਸਨ, ਅਸੀਂ ਮੀਡੀਆ ਤੇ ਉਹਨਾਂ ਨੂੰ ਜਿੱਦਾਂ ਜਾਣਦੇ ਸਾਂ ਤੇ ਅਸੀਂ ਜਾਣਦੇ ਸਾਂ, ਬਟ ਤੁਸੀਂ ਚੂੰਕਿ ਟਾਈਮ ਲੰਘਾਇਆ ਹੋਇਆ, ਤੁਸੀਂ ਜ਼ਿਆਦਾ ਬਿਹਤਰ ਦੱਸ ਸਕਦੇ ਹੋ ਕਿ ਉਹਨਾਂ ਦੀ ਪਰਸਨੈਲਿਟੀ ਕੀ ਸੀ? ਹੀ ਵਾਜ਼ ਅ ਥੋਰੋ ਜੈਂਟਲਮੈਨ, ਬਹੁਤ ਨਫੀਸ ਆਦਮੀ ਸਨ। ਤੇ ਅਲਬੱਤਾ ਜ਼ਿਆਦਤੀ ਬੜੀ ਕੀਤੀ ਹੈ ਉਹਨਾਂ ਦੇ ਨਾਲ ਹੋਈ ਹੈ, ਸਾਡੀ ਆਵਾਮ ਨੇ ਬੜੀ ਕੀਤੀ ਹੈ, ਸਾਡੇ ਲੋਕਾਂ ਨੇ ਉਹਨਾਂ ਦਾ ਬੜਾ ਮਜ਼ਾਕ ਉਡਾਇਆ। ਇੱਕ ਉਹ ਆਮਿਰ ਲਿਆਕਤ ਹੁਸੈਨ ਸਨ ਜਿਨ੍ਹਾਂ ਨੂੰ ਦੁਨੀਆ ਪੂਜਦੀ ਸੀ, ਤੇ ਗਲਤੀ ਉਹਨਾਂ ਦੀ ਕੋਈ ਨਹੀਂ ਸੀ। ਸ਼ਾਦੀ ਕੀਤੀ, ਠੀਕ ਹੈ, ਉਹ ਪਰਸਨਲ ਲਾਈਫ 'ਚ ਉਹਨਾਂ ਦੀ ਕਾਫੀ ਡਿਸਟਰੈਕਸ਼ਨ ਹੋਈ, ਲੇਕਿਨ ਦੁਨੀਆ ਨੂੰ ਇਹ ਕੋਈ ਉਹਨਾਂ ਨੇ ਜੁਰਮ ਨਹੀਂ ਕੀਤਾ ਸੀ। ਸ਼ਾਦੀ ਕੀਤੀ ਸੀ, ਕੋਈ ਉਹ ਕਿਤੇ ਫੜੇ ਨਹੀਂ ਗਏ ਸਨ, ਕਿਤੇ ਉਹਨਾਂ ਨੇ ਮੂੰਹ ਕਾਲਾ ਨਹੀਂ ਕੀਤਾ, ਕੋਈ ਇਹੋ ਜਿਹੀ ਹਰਕਤ ਨਹੀਂ ਕੀਤੀ ਜਿਹਦੇ ਨਾਲ ਮੁਲਕ ਦੀ ਬਦਨਾਮੀ ਹੋਏ ਜਾਂ ਮੁਆਸ਼ਰੇ ਦੇ ਅੰਦਰ ਕੋਈ ਗੰਦ ਫੈਲੇ। ਮਤਲਬ ਇੱਕ ਉਹ ਕਿਰਦਾਰ ਸਨ, ਇੱਕ ਇਹੋ ਜਿਹੇ ਕਿਰਦਾਰ ਜਿਹਨਾਂ ਦੀ ਵੀਡੀਓ ਲੀਕ ਹੋ ਜਾਂਦੀ ਹੈ ਸ਼ਾਮ ਨੂੰ ਬਗੈਰਤਾ ਦੀ ਤਰ੍ਹਾਂ ਹੱਸਦੇ ਫਿਰਦੇ ਨੇ। ਤੇ ਮੈਂ ਸਮਝਦਾ ਕਿ ਡਾਕਟਰ ਆਮਿਰ ਲਿਆਕਤ ਹੁਸੈਨ ਦੇ ਨਾਲ ਜ਼ਿਆਦਤੀ ਹੋਈ ਹੈ। ਤੇ ਹੀ ਵਾਜ਼ ਅ ਵੈਰੀ ਟੈਲੈਂਟਡ ਗਾਏ, ਮਤਲਬ an excellent orator, debater, ਮਤਲਬ ਉਹਨਾਂ ਦਾ ਜਿਹੜਾ ਬੋਲਣ ਦਾ ਅੰਦਾਜ਼ ਸੀ, ਅੱਜ ਵੀ ਉਹਨਾਂ ਨੂੰ ਲੋਕੀ ਫੋਲੋ ਕਰਦੇ ਨੇ। ਉਹਨਾਂ ਦੀ ਜਿਹੜੀ ਫਰਸਟ ਵਾਈਫ ਸੀ, ਉਹਨਾਂ ਨਾਲ ਵੀ ਤੁਹਾਡੇ ਤਾਲੁਕਾਤ ਅੱਛੇ ਨੇ ਜੀ? ਉਹ ਕੀ ਕਹਿੰਦੇ ਨੇ, ਕੀ ਸ਼ਿਕਾਇਤ ਕੀ ਸੀ, ਡਿਵੋਰਸ ਦੀ ਵਜ੍ਹਾ ਕੀ ਸੀ? ਉਹ ਕਹਿੰਦੇ ਨੇ ਕਿ ਦੂਜੀ ਬੇਗਮ ਨੇ ਉਹਨਾਂ ਦਾ ਦਿਮਾਗ ਖਰਾਬ ਕੀਤਾ ਹੋਇਆ ਸੀ। ਦੂਜੀ ਬੇਗਮ ਨੇ ਦਿਮਾਗ ਖਰਾਬ ਕੀਤਾ ਹੋਇਆ ਸੀ, ਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਿ ਦੂਜੀ ਬੇਗਮ ਦਿਮਾਗ ਖਰਾਬ ਕਰਦੀ? ਮੇਰਾ ਕੋਈ ਕਹਿਣਾ ਨਹੀਂ ਹੈਗਾ ਕੁਛ ਵੀ ਉਹਦੀ ਵਜ੍ਹਾ ਕਿ ਮੈਂ ਉਹਨਾਂ ਦੇ ਨਾਲ ਨਾ ਮਸ਼ਵਰੇ 'ਚ ਇਨਵੋਲਵ ਸਨ, ਨਾ ਉਹਨਾਂ ਦੀ ਪਰਸਨਲ ਲਾਈਫ ਮੇਰੇ ਨਾਲ ਕੋਈ ਸ਼ੇਅਰਿੰਗ। ਬਟ ਔਨ ਅ ਜਨਰਲ ਪਰਸਪੈਕਟਿਵ ਮੈਂ ਸਮਝਦਾ ਹੈਗਾ ਕਿ ਹੋ ਸਕਦਾ ਕਿ ਉਹ ਇਨਫਲੂਐਂਸ 'ਚ ਆ ਗਏ ਹੋਣ। ਦੋ ਸ਼ਾਦੀਆਂ ਇਕੱਠੀ ਵੀ ਚਲਾਈ ਜਾ ਸਕਦੀ ਸਨ, ਕੋਈ ਇਹੋ ਜਿਹਾ ਮਸਲਾ ਨਹੀਂ। ਉਹਨਾਂ ਦੀ ਫਰਸਟ ਵਾਈਫ ਬਹੁਤ ਇੱਕ ਅਜ਼ੀਮ ਔਰਤ ਹੈ, ਬਹੁਤ ਇੱਕ ਨਫੀਸ ਖਾਤੂਨ ਨੇ, ਤੇ ਉਹ ਆਈ ਥਿੰਕ ਸ਼ੀ ਵੁੱਡ ਹੈਵ ਕੰਪਰੋਮਾਈਜ਼ਡ। ਅੱਛਾ ਸਰ, ਇਹ ਦੱਸੋ ਕਿ ਕਿਆ ਮਰਦ ਤੇ ਔਰਤ ਦੋਸਤ ਹੋ ਸਕਦੇ ਨੇ? ਸਾਡੇ ਇੱਥੇ ਇਹ ਬਹੁਤ ਆਮ ਬਹਿਸ ਹੋ ਚੁੱਕੀ ਹੈ। ਮੈਂ ਨਹੀਂ ਸਮਝਦਾ ਹੋ ਸਕਦੇ ਨੇ, ਮੈਂ ਨਹੀਂ ਸਮਝਦਾ ਹੋ ਸਕਦੇ ਨੇ। ਇਹਦੀ ਵਜ੍ਹਾ ਇੱਕ ਰਿਲੇਸ਼ਨਸ਼ਿਪ ਇਸਲਾਮ ਦੀ ਤਰਫੋਂ ਹਰਾਮ ਹੈਗਾ, ਕਿਸ ਤਰ੍ਹਾਂ ਤੁਸੀਂ ਲੈਜਿਟੀਮੇਟ ਕਰ ਸਕਦੇ ਹੋ? ਕਿਵੇਂ ਦੀ ਦੋਸਤੀ? ਨਹੀਂ, ਦੋਸਤੀ ਐਜ਼ ਇਨ ਇੱਕ ਵਰਕਪਲੇਸ ਤੇ ਕੰਮ ਕਰਦੇ ਨੇ, ਇੱਕ ਕਾਲਜ 'ਚ ਪੜ੍ਹਦੇ ਨੇ, ਕਾਲਜ ਪ੍ਰੋਫੈਸ਼ਨਲ ਰਿਲੇਸ਼ਨਸ਼ਿਪ ਹੋ ਸਕਦਾ ਹੈ। ਕਾਲਜ 'ਚ ਜੇ ਪੜ੍ਹਦੇ ਨੇ ਆਪਸ 'ਚ ਉੱਠਦੇ ਬੈਠਦੇ ਦੋਸਤੀ, ਉਹ ਜਾਇਜ਼ ਨਹੀਂ ਹੈਗੀ ਨਾ। ਹੱਥਾਂ 'ਚ ਹੱਥਾਂ ਪਾ ਕੇ, ਬਾਹਾਂ 'ਚ ਬਾਹਾਂ ਪਾ ਕੇ, ਇੱਕ ਦੂਜੇ ਦੇ ਕੰਧੇ 'ਤੇ ਸਰ ਰੱਖ ਕੇ ਗੱਪਾਂ ਲਾਣੀਆਂ in a specific distance, then in a specific distance मतलब ਉਹ ਵਾਲਾ ਰਿਲੇਸ਼ਨਸ਼ਿਪ ਗੱਪਾਂ ਲਾਣਾ, if you are feeling good about it और आपको एक मज़ा आ रहा है, लज्जत आ रही है, मेरा नहीं ख्याल है कोई जायज़ अमल हैगा। मेरा ख्याल मैं इस करके किया, मैनू पता है इतना जायज़ अमल हैगा, मैं ਇਹਦੇ ਵਿੱਚ ਕੋਈ ਫਤਵਾ ਨਹੀਂ ਦੇ ਸਕਦਾ ਕਿਉਂਕਿ ਮੈਂ ਆਲਮ ਨਹੀਂ ਹੈਗਾ। ਲੇਕਿਨ ਕਿਵੇਂ ਇੱਕ ਮਰਦ ਔਰਤ ਜਿਹੜੀ ਹੈਗੀ ਹੈ, ਕਿਉਂਕਿ ਇਹ ਤੇ ਸਾਡੇ ਦੀਨ ਕਹਿੰਦਾ ਨਾ ਕਿ ਮਰਦ ਔਰ ਔਰਤ ਦੇ ਵਿੱਚ ਜਿਹੜੀ ਤੀਜੀ ਇੱਕ ਚੀਜ਼ ਹੁੰਦੀ ਉਹ ਸ਼ੈਤਾਨ ਹੁੰਦਾ ਹੈ।
ਤੇ ਉਹ ਤੁਹਾਨੂੰ ਗਲਤ ਕੰਮ ਤੇ ਮਜਬੂਰ ਕਰ ਸਕਦਾ ਹੈ। ਤੁਹਾਨੂੰ ਅਗਰ ਕੋਈ ਅਟਰੈਕਸ਼ਨ ਹੈਗੀ ਹੈ, ਕੋਈ ਤੁਹਾਨੂੰ ਕੋਈ ਕਸ਼ਿਸ਼ ਹੈਗੀ ਹੈ, ਤੁਸੀਂ ਸ਼ਾਦੀ ਕਰ ਲਓ। ਨਹੀਂ, ਅਗਰ ਕਿਸੇ ਨੂੰ ਸਿਰਫ ਦੋਸਤ ਲਈ ਕਸ਼ਿਸ਼ ਉਹਦੇ ਨਾਲ ਤੇ ਸ਼ਾਦੀ ਨਹੀਂ ਨਾ ਹੋ ਸਕਦੀ। ਤੁਹਾਡੀ ਸ਼ਾਦੀ ਹੋਈ ਹੈ? ਮੇਰੀ ਬਿਲਕੁਲ ਸ਼ਾਦੀ ਹੋਈ ਹੈ। ਤੁਸੀਂ ਇਹ ਪਸੰਦ ਕਰੋਗੇ ਤੁਹਾਡੇ ਹਸਬੈਂਡ ਦੀ ਕਿਸੇ ਦੇ ਨਾਲ ਦੋਸਤੀ ਹੋਏ ਕੁੜੀ ਨਾਲ? ਹਾਂ, ਮਤਲਬ ਵਾਈ ਨਾਟ, ਇਫ ਦੇ ਵਰਕ ਐਟ ਅ ਸੇਮ ਪਲੇਸ, ਇੱਕ ਜਗ੍ਹਾ ਤੇ ਕੰਮ ਕਰਦੇ ਨੇ, ਦੋਸਤੀ ਹੋਵੇ, ਉਹ ਨਾਲ ਘੁੰਮ ਫਿਰ ਰਹੇ ਨੇ, ਖਾਣਾ ਸ਼ਾਨਾ ਖਾ ਰਹੇ ਨੇ, ਫॉर नो ਰੀਜ਼ਨ ਨੋ। ਨਹੀਂ, ਇਹ ਗੱਲ ਤਾਂ ਤੁਸੀਂ ਜਵਾਬ ਦਿਓ ਨਾ ਕਿ ਕਿਉਂ ਨਹੀਂ ਪਸੰਦ ਤੁਹਾਨੂੰ। ਨਹੀਂ, ਇੱਕ ਜਗ੍ਹਾ ਤੇ ਦੋਸਤ ਨੇ। ਨਹੀਂ, ਮਤਲਬ ਅਗਰ ਮੇਰੇ ਖਿਆਲ ਮੇਰੀ ਭੈਣ, ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ, ਤੁਸੀਂ ਇਹ ਪਸੰਦ ਕਰੋਗੇ ਕਿ ਤੁਹਾਡੇ ਹਸਬੈਂਡ ਦਾ ਕੋਈ ਦੋਸਤ ਹੋਏ ਜਿਹੜਾ ਖਾਣਾ ਪੀਣਾ ਉਹਦੇ ਨਾਲ ਬਾਹਰ ਘੁੰਮ ਰਹੇ ਨੇ, ਫਿਰ ਰਹੇ ਨੇ? ਇਹ ਦੋਸਤ ਨਹੀਂ ਹੁੰਦਾ, ਫੇਰ ਹੁੰਦਾ ਸਿੰਪਲੀ। ਮੇਰਾ ਦੋਸਤ ਹੈਗਾ, ਮੈਂ ਉਹਦੇ ਨਾਲ ਖਾਣਾ ਵੀ ਖਾਣਾ, ਮੈਂ ਉਹਦੇ ਨਾਲ ਘੁੰਮਦਾ ਫਿਰਦਾ ਵੀ ਹਾਂ, ਮੇਰਾ ਮਰਦ ਦੋਸਤ ਹੁੰਦਾ, ਮੈਂ ਉਹਦੇ ਨਾਲ ਫਿਰਦਾ। ਅੱਜ ਮੇਰਾ ਦੋਸਤ ਬੈਠਾ ਉਹਦੇ ਨਾਲ, ਮੈਂ ਉਹਨੇ ਮੈਨੂੰ ਪਿਕ ਕੀਤਾ, ਮੈਨੂੰ ਲੈ ਕੇ ਆਇਆ, ਅਸੀਂ ਜੱਫੀ ਵੀ ਪਾਈ ਹੈ, ਅਸੀਂ ਨਾਲ ਰੋਟੀ ਵੀ ਖਾਧੀ ਹੈ। ਅਸੀਂ ਐਕਸਟ੍ਰੀਮਿਜ਼ਮ ਤੇ ਨਹੀਂ ਹੋ ਸਕਦੇ ਨਾ। ਤੁਸੀਂ ਕਿਵੇਂ ਡਿਫਾਈਨ ਕਰੋਗੇ ਕਿਹੜੀ ਫਿਰ ਦੋਸਤੀ? ਬਾਉਂਡਰੀਜ਼ ਨੇ ਨਾ ਜੈਂਡਰ ਦੇ ਵਿੱਚ, ਸਰਟਨ ਬਾਉਂਡਰੀਜ਼। ਮੈਨੂੰ ਇਹ ਦੱਸੋ ਨਾ, ਕਿਹੜੀ ਬਾਉਂਡਰੀ ਹੈਗੀ? ਬਾਉਂਡਰੀ ਇਹ ਹੀ ਹੈ ਨਾ ਕਿ ਸਪੋਜ਼ ਚਾਰ ਦੋਸਤ ਇਕੱਠੇ ਬੈਠੇ ਨੇ, ਵਿੱਚ ਕੁੜੀਆਂ ਵੀ ਨੇ, ਮੁੰਡੇ ਵੀ ਨੇ, ਦੈਟਸ ਫਾਈਨ। ਬਟ ਅਗਰ ਮੁੰਡਾ ਤੇ ਕੁੜੀ ਇਕੱਲੇ ਮੂਵੀ ਫਿਲਮ ਦੇਖਣੇ ਜਾ ਰਹੇ ਨੇ, ਹਾਊ ਕੈਨ ਯੂ ਸੇ ਦੈਟਸ ਫਾਈਨ? ਕਿਉਂਕਿ ਉਹ ਇੱਕ ਗਰੁੱਪ ਆਫ ਫਰੈਂਡਸ ਨੇ। ਤੁਸੀਂ ਆਪਣੇ ਮਰਦ ਵਾਸਤੇ ਤੇ ਬਾਉਂਡਰੀਜ਼ ਡਿਫਾਈਨ ਕਰ ਰਹੇ ਹੋ, ਤੇ ਬਾਹਰ ਆਮ ਕੁੜੀਆਂ ਤੇ ਮੁੰਡੇ ਜਿਹੜੇ ਕਾਲਜ ਯੂਨੀਵਰਸਿਟੀ ਪੜ੍ਹ, ਉਹਨਾਂ ਵਾਸਤੇ ਕਿਉਂ ਡਿਫਾਈਨ ਕਰ ਰਹੇ? ਤੁਸੀਂ ਤੇ ਫਿਰ ਕੋ ਸਿਸਟਮ, ਕੋ ਐਜੂਕੇਸ਼ਨ ਦੇ ਵੀ ਅਗੇਂਸਟ ਹੋਵੋਗੇ। ਮੈਂ ਕੋ ਐਜੂਕੇਸ਼ਨ ਦੇ ਖਿਲਾਫ ਨਹੀਂ ਹੈਗਾ, ਮੈਂ ਕੋ ਐਜੂਕੇਸ਼ਨ ਦੇ ਅੰਦਰ ਯਾਰੀਆਂ, ਅਫੇਅਰ, ਇਲਿਜਿਟੀਮੇਸੀ, ਫਾਸ਼ੀ ਔਰ ਯਾਨੀ ਗਲਾਜ਼ਤ ਦੇ ਖਿਲਾਫ ਹੈਗਾ। ਬਟ ਦੈਟਸ ਇੰਪੋਸੀਬਲ, ਜਦੋਂ ਦੋ ਜੈਂਡਰ ਇੱਕ ਜਗ੍ਹਾ ਤੇ ਪੜ੍ਹ ਰਹੇ ਨੇ। ਦੈਟਸ ਇੰਪੋਸੀਬਲ, ਫਿਰ ਮੈਂ ਕੋ ਐਜੂਕੇਸ਼ਨ ਦੇ ਖਿਲਾਫ ਹੈਗਾ। ਅਗਰ ਤੁਸੀਂ ਇਹ ਕੋ ਐਜੂਕੇਸ਼ਨ ਕਹਿੰਦੇ ਹੋ ਕਿ ਉੱਥੇ ਕੁੜੀਆਂ ਮੁੰਡੇ ਨਾਲ ਨੱਚਣ ਗਾਣ, ਫਾਸ਼ੀ ਕਰਨ, ਉਹ ਉੱਥੇ ਘੁੰਮਣ ਫਿਰਨ, ਡੇਟਿੰਗ ਕਰਨ, ਉਹ ਕੋ ਐਜੂਕੇਸ਼ਨ ਦੇ ਖਿਲਾਫ ਹੈਗਾ। ਆਈ ਹੈਵ ਬੀਨ ਇਨ ਅ ਕੋ ਐਜੂਕੇਸ਼ਨ ਸਿਸਟਮ, ਮੈਂ ਆਰਟਸ ਇੰਸਟੀਚਿਊਟ ਤੋਂ ਮੇਰਾ ਤਾਲੁਕ ਹੈ। ਵੁੱਡ ਯੂਰ ਹਸਬੈਂਡ ਲਾਈਕ ਕਿ ਤੁਹਾਡਾ ਜਿਹੜਾ ਹੈਗਾ ਰਿਲੇਸ਼ਨਸ਼ਿਪ ਹੋਏ, ਫਰੈਂਡਸ਼ਿਪ ਹੋਏ ਕਿਸੇ ਮਰਦ ਦੇ ਨਾਲ? ਮੇਰੇ ਬਹੁਤ ਸੇ ਫਰੈਂਡ ਮੇਲ ਫਰੈਂਡਸ ਨੇ, ਬਟ ਡਸਨਟ ਮੀਨ ਉਹ ਬਾਉਂਡਰੀਜ਼ ਕੀ ਨੇ? ਉਹ ਬਾਉਂਡਰੀਜ਼ ਆਏ ਨੇ ਕਿ ਵੀ ਮੀਟ, ਅਗਰ ਅਸੀਂ ਮਿਲਨੇ ਆ, ਅਸੀਂ ਬੈਠਨੇ ਆ, ਅਸੀਂ ਫਿਰ ਉਹ ਬਾਉਂਡਰੀਜ਼ ਕੋਈ ਸੈੱਟ, ਕੋਈ ਰੂਲ ਹੈਗਾ ਕਿਤੇ ਲਿਖਿਆ ਹੈ ਕਿ ਕੋਈ ਬਾਉਂਡਰੀਜ਼? ਇਹ ਦਿਲ ਦਾ ਰੂਲ ਹੁੰਦਾ ਹੈ ਕਿ ਤੁਸੀਂ ਆਪਣੇ ਪਾਰਟਨਰ ਨਾਲ ਲਾਇਲ ਹੈ। ਇਨਸਾਨ ਦਿਲ ਦੇ ਰੂਲ ਤੋਂ ਜ਼ਿੰਦਗੀ ਨਹੀਂ ਗੁਜ਼ਾਰਦਾ, ਇਨਸਾਨ ਦਿਲ ਦੇ ਰੂਲ ਤੋਂ ਜ਼ਿੰਦਗੀ ਨਹੀਂ ਗੁਜ਼ਾਰਦਾ। ਇਨਸਾਨ ਇਸਲਾਮ ਦੇ, ਮੁਸਲਮਾਨ ਇਸਲਾਮ ਦੇ ਰੂਲ ਨਾਲ ਜ਼ਿੰਦਗੀ ਗੁਜ਼ਾਰਦਾ ਹੈ। ਦਿਲ ਦਾ ਰੂਲ ਤੇ ਮੇਰਾ ਹੈਗਾ ਕਿ ਮੈਂ ਜਿਹੜੀ ਹੈਗੀ ਹੈ ਕਿ ਮੈਂ ਜੋ ਮੈਂ ਗਾਣੇ ਵੀ ਸੁਣਾ, ਮੈਂ ਫਾਸ਼ੀ ਵੀ, ਦਿਲ ਦਾ ਤੇ ਰੋਣਾ, ਇਨਸਾਨ ਦਾ ਨਫਸ ਦੀ ਖਵਾਹਿਸ਼ ਹੈਗੀ ਨਾ। ਇਨਸਾਨ ਨੇ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ? ਆਪਣੇ ਨਫਸ ਦੇ ਖਿਲਾਫ ਜਦੋਜਹਿਦ ਕਰਕੇ, ਆਪਣੀ ਖਵਾਹਿਸ਼ਾਤ ਨੂੰ ਮਾਰ ਕੇ, ਆਪਣੀ ਖਵਾਹਿਸ਼ਾਤ ਨੂੰ ਇਸਲਾਮ ਦੇ ਤਾਬੇ ਕਰਕੇ ਬੰਦੇ ਨੇ ਜ਼ਿੰਦਗੀ ਗੁਜ਼ਾਰਨੀ ਹੈ। ਇਹ ਇਸਲਾਮ ਹੈਗਾ। ਮੇਰਾ ਦਿਲ ਜੋ ਮਰਜ਼ੀ ਕਰੇ ਤੇ ਮੈਂ ਜੋ ਮਰਜ਼ੀ ਕਰਾਂ। ਅੱਛਾ, ਇੱਕ ਤੁਸੀਂ ਕਬੂਤਰ ਨੂੰ ਪਿੰਜਰੇ 'ਚ ਬੰਦ ਕਰ ਦੋ, ਉਹਨੂੰ ਕੋ ਤੂੰ ਉੱਡਣਾ ਨਹੀਂ। ਅਗਰ ਕੁੜੀ ਨਾਲ ਜ਼ਿਆਦਾ ਖੂਬਸੂਰਤ ਗੱਲ ਹੈ ਕਿ ਇੱਕ ਚੀਜ਼ ਨੂੰ ਤੁਸੀਂ ਖੁੱਲਾ ਛੱਡ ਕੇ ਕਹੋ ਕਿ ਯਾਰ ਤੂੰ ਹੁਣ ਆਪਣਾ ਕਿਰਦਾਰ ਵਿਖਾ, ਇਹ ਜ਼ਿਆਦਾ ਖੂਬਸੂਰਤ ਗੱਲ ਹੈ। ਮੈਂ ਸਮਝਦਾ ਹੈਗਾ ਕਿ ਔਰਤਾਂ ਦੇ ਨਾਲ ਬੇਹਯਾਈ ਨਾ ਕਰਨਾ ਜਿਹੜਾ ਹੈਗਾ ਨਾ, ਉਹ ਖੁੱਲਾ ਛੱਡਣ ਵਾਲੀ ਗੱਲ ਹੈਗੀ ਹੈ। ਮੇਰੇ ਖਿਆਲ ਨਾਲ ਜਿੰਨਾ ਔਰਤਾਂ ਤੋਂ ਦੂਰ ਕਰੋਗੇ ਬੰਦੇ ਉਹਨੇ ਬੇਹਯਾ ਹੋਣਗੇ। ਕਿਉਂ? ਸ਼ਾਦੀਆਂ ਨੂੰ ਪ੍ਰਮੋਟ ਕਰੋ ਤੁਸੀਂ, ਕਾਲਜ ਯੂਨੀਵਰਸਿਟੀ ਕਿੰਨੀਆਂ ਸ਼ਾਦੀਆਂ ਕਰਨਗੇ ਬੰਦੇ, ਕਿੰਨੀਆਂ? ਕਿਉਂਕਿ ਉਹਨਾਂ ਦੇ ਹਰ ਆਏਗੀ ਤੇ ਦਿਲ ਆਂਦਾ। ਜਿਸ ਦੋਸਤੀ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਉਸ ਉਮਰ 'ਚ ਸ਼ਾਦੀ ਕਰਨੀ ਚਾਹੀਦੀ ਹੈ। ਚਲੋ ਫਿਰ ਕਬੂਤਰ, ਅੱਛਾ ਅਗਰ ਇਨਸਾਨ ਕੁੜੀ ਨਾਲ ਦੋਸਤੀ ਨਹੀਂ ਕਰੇਗਾ, ਉਹ ਕਹਿ ਦੇਗਾ कैद नहीं, अगर इंसान फाशी नहीं करेगा वो कह देगा, अगर इंसान इलिजिटिमेसी नहीं करेगा वो कह देगा, अगर इंसान बाहया बा किरदार रहेगा वो कह देगा। ਤੁਸੀਂ ਇੱਕ ਇਨਸਾਨ ਨੂੰ ਕਹਿ ਦੋ ਤੂੰ ਨਹੀਂ ਕਰ ਸਕਦਾ, ਉਹ ਕਹਿਦੀ ਹੁੰਦਾ ਨਹੀਂ ਕਰ ਸਕਦਾ। ਇਸਲਾਮ ਦੀ ਰੂਲ ਹੈ। ਡਾਕਟਰ ਸੁਬੈਈ ਅਲੀ ਕਰਾਮ ਜਾਂ ਤੁਸੀਂ ਫੈਸਲਾ ਨਹੀਂ ਕਰ ਸਕਦੇ, ਇਸਲਾਮ ਦਾ ਫੈਸਲਾ ਹੈਗਾ। ਮੈਂ ਆਪਣੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਤਾਲੀਮਾਤ ਦੇ ਖਿਲਾਫ ਜਾਵਾਂ? ਮੈਂ ਐਸੇ ਬੜੇ ਬੰਦੇ ਵੇਖੇ ਨੇ ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਮਨਾ ਕਰੋ, ਉਹਨਾਂ ਦੇ ਅੰਦਰੋਂ ਕਿਉਰਿਓਸਿਟੀ ਨਹੀਂ ਹੁੰਦੀ। ਇਹੋ ਜਿਹੇ ਗਲੀਜ਼ ਬੰਦਿਆਂ ਨੂੰ ਫਾਇਲ ਲਾ ਦੇਣਾ ਚਾਹੀਦਾ, ਜਿਹੜਾ ਮਨਾ ਕਰੋ, ਜਿਹੜਾ ਕੁੜੀਆਂ ਦੇ ਪਿੱਛੇ ਭੱਜਦੇ ਨੇ। ਇਹੋ ਜਿਹੇ ਚੋਕਾ ਇਸ ਤਰ੍ਹਾਂ ਤੇ ਲਟਕਾ ਦੇਣਾ ਚਾਹੀਦਾ, ਜਿਹੜਾ ਫਾਸ਼ੀ ਕਰਦੇ ਨੇ, ਜਿਹੜੇ ਆਪਣੀ ਬੇਗਮ ਨੂੰ ਚੀਟ ਕਰਦੇ ਨੇ, ਜਿਹੜੇ ਮੂੰਹ ਕਾਲਾ ਕਰਦੇ ਨੇ ਬਾਹਰ, ਇਹੋ ਜਿਹੇ ਮਰਦਾਂ ਨੂੰ ਲਟਕਾ ਦੇਣਾ ਚਾਹੀਦਾ ਸਰੇਆਮ। ਅੱਛਾ, ਤੁਹਾਡੇ ਨਜ਼ਦੀਕ ਚੀਟਿੰਗ ਕੀ ਹੈ? चीटिंग हैगी है इफ आई एम टॉकिंग टू एनी गर्ल जो मुझे अट्रैक्शन फील हो रही है, मैं अट्रैक्शन की वजह से। अट्रैक्शन ही क्यों फील होवे? why do you get attracted to a woman जब ਤੁਸੀਂ already married ਹੋ? ਇਹੀ ਤੇ ਇੱਥੇ ਲਾਇਲਟੀ ਖਤਮ। ਐ ਸਾਈਕੋਲੋਜੀਕਲ ਰਿਸਰਚ ਕਹਿੰਦੀ ਹੈ। ਨਹੀਂ ਐ ਨਹੀਂ ਅੱਛਾ, ਮਰਦ ਥੁੜ ਗਏ ਨੇ ਔਰਤਾਂ ਵਾਸਤੇ, ਔਰਤਾਂ ਥੁੜ ਗਈਆਂ ਨੇ ਕਿ ਤੁਹਾਨੂੰ ਮਰਦ ਦੀ ਜ਼ਰੂਰਤ ਪੈ ਗਈ ਹੈ? ਜਾਂ ਅਸੀਂ ਉਸ ਜਗ੍ਹਾ ਰਹਿ ਰਹੇ ਹਾਂ ਜਿੱਥੇ ਸਾਡੀ ਪੋਪੂਲੇਸ਼ਨ 100 ਦੀ ਕਲਾਸ ਹੈਗੀ ਹੈ, ਹੁਣ ਕੁੜੀ ਇੱਕ ਹੀ ਕੁੜੀ ਹੈਗੀ, ਉਹਦੇ ਕੋਲ ਆਪਸ਼ਨ ਹੀ ਨਹੀਂ, 99 ਮਰਦ ਹੈਗੇ ਨੇ, ਤੇ ਚਲੋ ਸਮਝ ਆਉਂਦੀ ਹੈ ਕਿ ਯਾਰ ਉਹਨੇ ਹੁਣ ਵਰਕ ਅਸਾਈਨਮੈਂਟਸ ਵਗੈਰਾ ਕਰਨੀਆਂ ਨੇ, ਤੇ ਚਲੋ ਉਹ ਜਿਹੜਾ ਹੈਗਾ ਨਾ, ਅੱਲਾਹ ਤੁਹਾਡਾ ਭਲਾ ਕਰੇ, ਉਹ ਮਰਦ ਦੇ ਨਾਲ ਉਹਨੇ ਕੋਈ ਇਲੈਕਸ਼ਨ ਕਰ ਲਈ ਹੈ। ਇੱਥੇ ਕੁੜੀਆਂ ਦੀ ਤਾਦਾਦ ਵੀ ਬਹੁਤ ਜ਼ਿਆਦਾ ਹੈਗੀ ਹੈ, ਮਰਦਾਂ ਦੀ ਤਾਦਾਦ ਬਹੁਤ ਜ਼ਿਆਦਾ ਹੈਗੀ ਹੈ। ਦੋਨੋਂ ਕਿ ਮਰਦ ਵਾਸਤੇ ਮਰਦ ਘੱਟ ਗਏ ਨੇ, ਔਰਤਾਂ ਵਾਸਤੇ ਔਰਤਾਂ ਘੱਟ ਗਈਆਂ ਨੇ, ਕੁੜੀਆਂ ਵਾਸਤੇ ਜਿਹੜਾ ਤੁਸੀਂ ਆਪੋਜ਼ਿਟ ਜੈਂਡਰ ਦੀ ਹੀ ਦੋਸਤੀਆਂ ਕਰਾਉਣੀਆਂ ਨੇ। ਕੁਝ ਕੰਮਾਂ ਦੇ ਵਿੱਚ ਮਰਦ ਜਿਹੜੇ ਨੇ ਉਹ ਜ਼ਿਆਦਾ ਹੁਨਰਮੰਦ ਨੇ, ਉਹਨਾਂ ਤੋਂ ਡਰਾਈਵਿੰਗ ਤੁਸੀਂ ਮਰਦ ਤੋਂ ਹੀ ਸਿੱਖਦੇ ਹੋ।
ਤੁਸੀਂ ਨਾ ਮਾਸ਼ਾਅੱਲਾ ਮੀਡੀਆ ਪਰਸਨੈਲਿਟੀ ਹੈਗੀ ਹੋ, ਥੋੜੀ ਰਿਸਰਚ ਕਰੋ, ਨਹੀਂ, I know ਮੇਰੀ ਜਿੰਨੀ ਯੂ ਵੀ ਡੋਨਟ research, ਨੋ, ਲੈਟ ਮੀ ਟੈਲ ਯੂ, ਮੈਂ ਤੁਹਾਨੂੰ ਸਿੰਪਲ ਗੱਲ 3,500 ਡਿਵੋਰਸਸ ਹੋ ਰਹੀਆਂ ਨੇ ਹਰ ਮਹੀਨੇ, ਐਂਡ ਦ ਲੀਡਿੰਗ ਕਾਜ਼ ਇਜ਼ ਚੀਟਿੰਗ। ਐਂਡ ਹੂ ਇਜ਼ ਚੀਟਿੰਗ? both male and female, both are cheating। ਤੇ ਦੋਵਾਂ ਦੀ ਜਿਹੜੀ ਪਰਸੈਂਟੇਜ ਚ ਬਹੁਤ ਮੈਂ ਫਰਕ ਤੁਹਾਨੂੰ ਹੈ। ਇੱਕ ਗੱਲ ਦੱਸਾਂ, ਮੈਂ ਇੱਕ ਗੈਰਤਮੰਦ ਆਦਮੀ ਹੈਗਾ, ਮੈਂ ਨਹੀਂ ਚਾਹਾਂਗਾ ਮੇਰੀ ਬੇਗਮ ਦਾ ਕੋਈ ਮਰਦ ਦੋਸਤ ਹੋਏ, ਉਹ ਵੀ ਇੱਕ ਬਾਹਯਾ ਖਤੂਨ ਹੈਗੀ, ਉਹ ਵੀ ਨਹੀਂ ਚਾਹੇਗਾ ਕਿ ਮੇਰੇ ਮਰਦ ਦੀ ਕੋਈ ਦੋਸਤੀ ਹੋਏ। ਮੇਰੀ ਗੱਲ ਸੁਣੋ, ਮੈਂ ਕੀ ਡਿਫੈਂਡ ਕਰਾਂ? ਮੈਂ ਡਿਫੈਂਡ ਕਰਾਂ ਕਿ ਮੇਰੇ ਦਿਲ ਦੀ ਇੱਕ ਬਾਉਂਡਰੀ ਹੈਗੀ ਹੈ, ਉਸ ਬਾਉਂਡਰੀ ਦੇ ਅੰਦਰ ਰਹਿ ਕੇ ਮੈਂ ਰਿਲੇਸ਼ਨ ਕਰੇ, ਤੂੰ ਮੇਰੇ ਤੇ ਟਰਸਟ ਕਰ। ਵਾਟ ਆਰ ਦੋਸ ਬਾਉਂਡਰੀਜ਼? ਸਰ, ਇਹ ਗਰੂਮਿੰਗ ਹੁੰਦੀ ਹੈ ਨਾ, ਤੁਸੀਂ ਇਹ ਗਰੂਮਿੰਗ ਕੌਣ ਕਰਦਾ ਹੈ? ਇਹ ਤਾਂ ਨਾਰਮਲ, ਦੇਖੋ ਇਨਸਾਨ ਨੂੰ ਜੇ ਕਿਰਦਾਰ ਬਣਾਉਣਾ ਮੈਂ ਕਹਿੰਦਾ ਇਹ ਗਰੂਮਿੰਗ ਕੌਣ ਕਰਦਾ ਹੈ? ਇਹ ਗਰੂਮਿੰਗ ਅਸੀਂ ਪੈਰੈਂਟਸ ਹੀ ਕਰਨੇ ਆ, ਮੁਆਸ਼ਰਾ ਕਰਦਾ, ਸੋਸਾਇਟੀ ਕਰਦੀ ਹੈ। ਅੱਛਾ, ਉਹ ਕਿਸ ਬੇਸ ਤੇ ਗਰੂਮਿੰਗ ਹੁੰਦੀ ਹੈ? ਕੋਈ ਲਿਟਰੇਚਰ ਹੈਗਾ? We are bound to follow the literature of Islam. As a Muslim, ਜਦੋਂ ਅਸੀਂ ਕਲਮਾ ਪੜ੍ਹ ਲਿਆ ਨਾ, we are bound to follow the regulations of Islam. If we are bound to follow that, ਫਿਰ ਤੇ ਸਾਨੂੰ ਸਭ ਕੁਝ ਖਤਮ ਕਰ ਦੇਣਾ ਚਾਹੀਦਾ, ਫਿਰ ਤੇ ਯੂਨੀਵਰਸਿਟੀ ਕਾਲਜ ਦਾ ਸਿਸਟਮ ਵੀ ਮੁਕਾ ਦੇਣਾ ਚਾਹੀਦਾ, ਫਿਰ ਤੇ According to Islam ਨਹੀਂ ਹੈਗਾ, ਮੁਕਾ ਦੇਣਾ ਚਾਹੀਦਾ। ਤਾਂ ਮੁਕਾ ਦੇਣਾ ਚਾਹੀਦਾ, Islam ਨਹੀਂ ਹੈਗਾ, ਮੁਕਾ ਦੇਣਾ ਚਾਹੀਦਾ। but if it is there, then there should be certain rules to ਤੁਸੀਂ follow। ਕਹਿ ਰਹੇ ਹੋ ਕਿ ਇਸਲਾਮ ਨੂੰ ਅਸੀਂ ਸੁਪਰਸੀਡ ਕਰ ਦਈਏ, ਅਸੀਂ ਆਪਣੀ ਤਾਲੀਮਾਤ ਨੂੰ ਭੁਲਾ ਕੇ ਜਿਹੜਾ ਹੈਗਾ ਇੱਕ ਨਵਾਂ ਕਲਚਰ ਅਡਾਪਟ ਕਰ ਲਈਏ, ਤੁਹਾਡਾ ਮੇਰਾ ਬਣਾਇਆ ਹੋਇਆ। ਨਹੀਂ, ਮੈਂ ਜਿਸ ਯੂਨੀਵਰਸਿਟੀ ਚ ਪੜ੍ਹੀ, ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਆ। ਮੇਰਾ ਚਲੋ ਆਰਟ ਡਿਪਾਰਟਮੈਂਟ ਸੀ, ਨਾਲ ਇੱਕ ਫਾਰਮੇਸੀ ਦੇ, IT ਦੇ ਕੁਝ ਡਿਫਰੈਂਟ ਡਿਪਾਰਟਮੈਂਟਸ ਸਨ, ਜਿੱਥੇ ਬਹੁਤ ਜ਼ਿਆਦਾ ਇਸਲਾਮਿਕ ਚੀਜ਼ਾਂ ਸਨ। ਕੁੜੀ ਤੇ ਮੁੰਡਾ ਇੱਕ ਸਾਥ ਬੈਠ ਨਹੀਂ ਸਕਦੇ, ਪਰ ਉਹ ਕੀ ਕਰਦੇ ਸਨ, ਸ਼ਾਮ ਹੁੰਦੀ ਸੀ, ਛੁੱਟੀ ਹੁੰਦੀ ਸੀ, ਸਾਡੇ ਡਿਪਾਰਟਮੈਂਟ ਚ ਆ ਕੇ ਤੇ ਖੱਲੇ ਛੱਡ ਕਿਸੇ ਦਰਖਤ ਦੇ ਥੱਲੇ ਬੈਠੇ ਨੇ। ਅਸੀਂ ਤੇ ਨਹੀਂ ਇੰਜ ਬੈਠਦੇ ਹੁੰਦੇ ਸਾਂ, ਅਸੀਂ ਤੇ ਨਾਰਮਲ ਆਪਣੇ ਕੋਟਿਆਂ ਚ ਸਾਡੇ ਟੀਚਰਸ ਬੈਠੇ ਹੁੰਦੇ ਨੇ। ਤੁਸੀਂ ਤੇ ਮੇਰੀ ਗੱਲ ਨੂੰ ਇੰਡੋਰਸ ਕਰ ਦਿੱਤਾ ਕਿ ਤੁਸੀਂ ਨਹੀਂ ਬੈਠੇ ਸੀ, ਲੇਕਿਨ ਬਾਕੀ ਤੇ ਬੈਠਦੇ ਸਨ। you cannot fix the boundary। ਤੁਸੀਂ ਬਾਉਂਡਰੀ ਬਣਾ ਹੀ ਨਹੀਂ ਸਕਦੇ। You are not understanding my point। ਤੁਸੀਂ ਅਵੋਇਡ ਕਰ ਰਹੇ ਮੇਰੇ ਕੁਐਸਚਨ ਨੂੰ, ਮੈਂ ਗੱਲ ਇਹ ਕਰ ਰਹੀ ਹਾਂ। ਮੈਨੂੰ ਤੁਸੀਂ ਐਗਜ਼ੈਕਟ ਸਵਾਲ ਦੱਸੋ, ਮੈਂ ਤੁਹਾਨੂੰ ਆਨਸਰ ਕਰਦਾ। ਮੈਂ ਤੁਹਾਨੂੰ ਜਿਹਨੂੰ ਅਲਾਉਡ ਨਹੀਂ ਉਹ ਲੁੱਕ ਕੇ ਆ ਕੇ ਡੇਟਾ ਮਾਰਦੇ ਨੇ, ਜਿਨ੍ਹਾਂ ਨੂੰ ਜਿਹੜੇ ਈਜ਼ੀ ਨੇ ਉਹਨਾਂ ਨੂੰ ਲੋਡ ਨਹੀਂ ਡੇਟਾ। ਜਿਹਨੂੰ ਅਲਾਉਡ ਨਹੀਂ, ਉਹਦੇ ਵਾਸਤੇ ਵੀ ਇਸਲਾਮ ਉਹੀ ਕਹਿੰਦਾ ਹੈ। ਜਿਹਨੂੰ ਅਲਾਉਡ ਹੈਗਾ, ਅਲਾਉਡ ਕਿਹਦੇ ਵੱਲੋਂ ਹੈਗਾ? ਪੇਰੈਂਟਸ ਵੱਲੋਂ। ਤੇ ਮਸਲਾ ਹੈ ਨਾ, ਉਹਦੇ ਵਾਸਤੇ ਵੀ ਇਸਲਾਮ ਉਹੀ ਰੈਗੂਲੇਸ਼ਨ ਕਰਦਾ ਹੈ। ਇਸਲਾਮ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਘਰੋਂ ਪਰਮਿਸ਼ਨ ਮਿਲੀ ਹੈ ਮੁੰਡਿਆਂ ਨਾਲ ਯਾਰੀ ਲਾਉਣ ਵਾਸਤੇ, ਤੁਹਾਨੂੰ ਵਾਸਤੇ ਰੈਗੂਲੇਸ਼ਨਸ ਹੋਰ ਨੇ, ਮੈਨੂੰ ਨਹੀਂ ਮਿਲੀ, ਮੇਰੇ ਵਾਸਤੇ ਨੋ, ਇਸਲਾਮ ਡਸਨਟ ਸੇ ਦੈਟ। ਇਸਲਾਮ ਤੁਹਾਡੇ ਵਾਸਤੇ ਵੀ ਹੋਏਗਾ, ਮੇਰੇ ਵਾਸਤੇ ਵੀ ਹੋਏਗਾ। ਜਿਹਨੂੰ ਅਲਾਉਡ ਹੈਗਾ ਉਹਦੇ ਵਾਸਤੇ ਵੀ ਇਸਲਾਮ ਉਹੀ ਗੱਲ ਕਰ ਰਿਹਾ ਹੈ, ਜਿਹਨੂੰ ਨਹੀਂ ਅਲਾਉਡ ਹੈਗਾ ਉਹਦੇ ਵਾਸਤੇ ਵੀ ਇਸਲਾਮ ਇਹ ਕਰ ਰਿਹਾ ਹੈ। ਜਿਹੜਾ ਬੰਦਾ ਕੋ ਐਜੂਕੇਸ਼ਨ 'ਚ ਜਾ ਰਿਹਾ ਉਹਦੇ ਵਾਸਤੇ ਵੀ ਇਸਲਾਮ ਦੀ ਉਹੀ ਰੈਗੂਲੇਸ਼ਨਸ ਨੇ, ਜਿਹੜਾ ਕੋ ਐਜੂਕੇਸ਼ਨ 'ਚ ਨਹੀਂ ਜਾ ਰਿਹਾ ਉਹਦੇ ਵਾਸਤੇ ਵੀ ਉਹ ਰੈਗੂਲੇਸ਼ਨ ਨੇ। ਹੁਣ ਮੈਂ ਤੁਹਾਨੂੰ ਕਹਿ ਰਿਹਾ, ਮੈਂ ਤੁਸੀਂ ਕਹਿੰਦੇ ਸਵਾਲ ਅਵਾਇਡ ਕਰ ਰਿਹਾ, ਮੈਂ ਜਵਾਬ ਕਲੀਅਰ ਦੇ ਰਿਹਾ। ਬੀਇੰਗ ਏ ਮੁਸਲਿਮ, ਜਦੋਂ ਮੈਂ ਕਲਮਾ ਪੜ੍ਹਦਾ, ਆਈ टेक एन ओथ, मैं अल्लाह ताला से यह अहद करता हूं कि मैं अल्लाह ताला की विल के आगे अपनी विल को सबमिट करता हूं, मैं नबी करीम सल्लल्लाहु अलैहि वसल्लम की तालीमात के ऊपर अमल करूंगा। ये कलमे का एक खुलासा है। एक कलमे का मतलब है ना, एक कमी बेशी अल्लाह माफ करे, लेकिन आई सबमिट माई विल। ठीक है, ठीक है, विद द विल ऑफ अल्लाह सुब्हानहू व तआला, कि जो अल्लाह मेरा ख्वाहिश करे, जो अल्लाह के अहकामात हैं। जिंदगी की ये एक टेस्ट है, और टेस्ट की है अपनी ख्वाहिशात के ऊपर कंट्रोल करना। ठीक है, You have to resist। आपको resist करने अपनी ख्वाहिशात को। बड़े बड़े काम ने ਤੁਹਾਡਾ, ਹੁਣ ਤੁਹਾਡਾ ਦਿਲ ਕਰੇ ਸ਼ਰਾਬ ਪੀਣ ਦਾ, ਤੁਹਾਨੂੰ ਘਰੋਂ ਅਲਾਉਡ ਪਰਮਿਸ਼ਨ ਮਿਲ ਜਾਏ, ਠੀਕ ਹੈ, ਇਸਲਾਮ ਮੈਨੂੰ ਮਨਾ ਕਰਦਾ। ਤੁਸੀਂ ਨਹੀਂ ਕਹਿੰਦੇ ਯਾਰ ਹੁਣ ਇੰਨਾ ਹੀ ਪੀ ਆਓ, ਤਾਂ ਉਹੀ ਫਲਸਫਾ, ਉੰਨੀ ਹੀ ਪੀ ਲਓ ਜਿੱਥੇ ਨਸ਼ਾ ਨਾ ਚੜੇ। ਫਿਰ ਤੇ ਹਰ ਗੁਨਾਹ ਬੰਦਾ ਉੰਨਾ ਕਰ ਲੇ ਜਿਹਦੇ ਅੰਦਰ ਬਾਉਂਡਰੀ ਸੈਟ ਹੋਏ। ਨਹੀਂ, you cannot set the boundaries, you are no one to set the boundaries, I am no one to set the boundaries, we have to follow the regulations and rules of Islam। ਠੀਕ ਹੋ ਗਿਆ। ਅੱਛਾ, ਤੁਹਾਡਾ ਮੈਂ ਇੱਕ ਸ਼ੋਅ ਵੇਖ ਰਹੀ ਸਾਂ, ਡਾਕਟਰ ਅਫਾਨ ਕੈਸਰ, ਤੁਸੀਂ ਦੋਵੇਂ ਬੈਠੇ ਹੋਏ ਸੋ, ਤੇ ਤੁਸੀਂ ਇਹ ਗੱਲ ਕੀਤੀ ਸੀ ਕਿ ਮਰਦ ਹੋਏ ਜਿਹੜਾ ਲਾਇਲ ਹੈ, ਮਰਦ ਦੀ ਨਿਸ਼ਾਨੀ ਇਹ ਹੈ ਕਿ ਮਰਦ ਲਾਇਲ ਹੁੰਦਾ, ਬਟ ਐਟ ਦ ਸੇਮ ਟਾਈਮ ਤੁਸੀਂ ਇਹ ਵੀ ਕਿਹਾ ਕਿ ਤੁਸੀਂ ਦੋਵੇਂ ਇੱਕ ਦੂਜੇ ਨੂੰ ਮਨਾ ਕਰਦੇ ਹੋ ਕਿ ਬਈ ਕਿ ਤੂੰ ਸ਼ਾਦੀ ਨਾ ਕਰ, ਉਹ ਮੈਂ ਉਹਨੂੰ ਦੱਸਣਾ ਕਿ ਇਹ ਡੂਜ਼ ਐਂਡ ਡੋਂਟਸ ਨੇ ਇਸ ਵਾਸਤੇ। ਮਤਲਬ ਇਹ ਕੀ ਲਾਇਲਟੀ ਹੈ ਕਿ ਤੁਸੀਂ ਸੋਚ ਵੀ ਰਹੇ ਹੋ ਦੂਜੀ ਸ਼ਾਦੀ ਦੇ ਬਾਰੇ? ਇਜ਼ ਦੈਟ ਅ ਲਾਇਲਟੀ? ਅਗੇਨ ਬਹੁਤ ਜ਼ਬਰਦਸਤ ਤੁਹਾਡਾ ਸਵਾਲ ਹੈਗਾ। ਤੁਸੀਂ ਇਹ ਸਮਝਦੇ ਹੋ ਕਿ ਦੂਜੀ ਸ਼ਾਦੀ ਚੀਟਿੰਗ ਹੈਗੀ ਹੈ? Obviously if your wife is not agreeing to it, it's ਤੁਸੀਂ ਕਿਹੜੀ ਯੂਨੀਵਰਸਿਟੀ ਤੋਂ ਪੜ੍ਹੇ ਹੈਗੇ? ਪੰਜਾਬ ਯੂਨੀਵਰਸਿਟੀ। ਸਭ ਤੋਂ ਕਾਇਨਾਤ 'ਚ ਰਹਿਮ ਵਾਲੀ ਜ਼ਾਤ ਕਿਹੜੀ ਹੈਗੀ? ਪੂਰੀ ਕਾਇਨਾਤ ਦੀ ਦੱਸੋ। ਸਾਡੇ ਨਬੀ ਪਾਕ ਦੀ ਜ਼ਾਤ ਹੈ, ਹੋਰ ਕਿਹਦੀ ਜ਼ਾਤ ਹੈ? ਅੱਲਾਹ ਤਾਲਾ। ਅੱਲਾਹ ਤਾਲਾ ਤੋਂ ਬਾਅਦ ਮੈਂ ਕਿਹਾ ਅੱਲਾਹ ਤਾਲਾ ਬਿਲਕੁਲ ਜ਼ਾਤ ਕੰਸੈਂਸਸ ਕਰ ਲਈ ਹੈ ਨਾ ਅਸੀਂ। ਹਾਂਜੀ, ਠੀਕ ਹੈ। ਅੱਲਾਹ ਤਾਲਾ ਦੀ ਜ਼ਾਤ ਸਭ ਤੋਂ ਰਹਿਮਾਨ ਰਹੀਮ ਹੈ, ਅਦਲ ਇਨਸਾਫ ਵਾਲੀ ਹੈਗੀ ਹੈ। ਬੇਸ਼ੱਕ। ਉਹ ਕਿਸੇ ਦੇ ਨਾਲ ਨਾਇਨਸਾਫੀ ਪਸੰਦ ਕਰਦੀ ਹੈ ਅੱਲਾਹ ਤਾਲਾ ਦੀ ਜ਼ਾਤ? ਨਹੀਂ। ਕਿਸੇ ਦੇ ਨਾਲ ਜ਼ੁਲਮ ਹੋਇਆ ਅੱਲਾਹ ਤਾਲਾ ਪਸੰਦ ਕਰਦਾ? ਨਹੀਂ ਪਸੰਦ ਕਰਦਾ ਨਾ। ਮੇਰੇ ਰੱਬ ਨੇ ਅਗਰ ਦੂਜੀ ਸ਼ਾਦੀ ਦੀ ਇਜਾਜ਼ਤ ਦਿੱਤੀ ਹੈ, ਤੁਸੀਂ ਕੌਣ ਹੁੰਦੇ ਹੋ ਚੀਟਿੰਗ ਕਹਿਣ ਵਾਲੇ ਤੇ ਇਹਨੂੰ ਨਾਇਨਸਾਫੀ ਕਹਿਣ ਵਾਲੇ? ਮੈਂ ਤੁਹਾਨੂੰ ਇਹ ਕਿਹਾ ਇਹਨੂੰ ਚੀਟਿੰਗ ਨਾ ਕਹੋ। ਕਿਉਂ?
ਕਿਉਂ ਨਾ ਤੁਸੀਂ ਚੀਟਿੰਗ ਤਾਂ ਕਰੋ? ਕਹਿਤਾ ਅੱਛੇ ਪਰਸਪੈਕਟਿਵ ਨਾਲ, ਲੇਕਿਨ ਬਾਹਰ ਜਿਹੜੇ ਜਾਹਿਲ ਲੋਕ ਬੈਠੇ ਨੇ ਉਹਨਾਂ ਉਹ ਮੇਰੇ ਪਿੱਛੇ ਪੈ ਗਏ ਨੇ। ਮੇਰੀ ਬਹਿਨ ਗੱਲ ਇਹ ਮੈਂ ਤੁਹਾਨੂੰ ਕਰਦਾ, ਇਹ ਗੱਲ ਜਿਹੜੀ ਹੈਗੀ ਨਾ, ਇਹ ਬਾਹਰ ਵਾਲੇ ਲੋਕੀ ਵੀ ਅੱਜ ਕੱਲ ਤੁਹਾਡੇ ਡਰਾਮਿਆਂ ਦੇ ਉੱਤੇ ਇਹ ਚੀਜ਼ਾਂ ਨੂੰ ਪ੍ਰਮੋਟ ਕੀਤਾ ਜਾਂਦਾ ਕਿ ਇਹ ਚੀਟਿੰਗ ਹੈਗੀ ਏ। ਮੈਂ ਹੁਣ ਮੇਰਾ ਪਰਸਪੈਕਟਿਵ ਸੁਣ ਲਵੋ, ਅੱਜ ਆਪਣੀ ਵੀ ਸਲਾਹ ਕਰ ਲਓ। ਮੈਂ ਤੁਸੀਂ ਹਲੇ ਵੀ ਆਪਣੀ ਗੱਲ ਤੇ ਨਹੀਂ ਆ ਰਹੇ, ਮੈਂ ਤੁਹਾਡੇ ਕੋਲ ਤੁਹਾਡੀ ਗੱਲ ਪੁੱਛੀ ਹੈ। ਮੇਰੀ ਗੱਲ ਹਾਂਜੀ, ਕਿ ਤੁਸੀਂ ਆਪਸ ਚ ਕਹਿੰਦੇ ਹੋ ਕਿ ਵੀ ਤੂੰ ਦੂਜੀ ਸ਼ਾਦੀ ਕਰ ਲੈ, ਦੀ ਸ਼ਾਦੀ ਕਰ ਲੈ। ਜਸਟੀਫਾਈ ਕਰ ਰਿਹਾ ਨਾ ਮੇਰੀ ਗੱਲ, ਮੈਂ ਤੁਹਾਨੂੰ ਆਪਣੇ ਜਵਾਬ ਦੇ ਰਿਹਾ। ਮੈਂ ਤੇਰੀ ਇੰਨੀ ਵੱਡਾ ਤੁਹਾਨੂੰ ਮੈਂ ਇੱਕ ਤਮਹੀਦ ਬਣ ਰਿਹਾ, ਤੁਹਾਡੀ ਮੈਂ ਬੇਸਿਸ ਸਹੀ ਕਰ ਰਿਹਾ। ਪਹਿਲੇ ਕਿ ਤੁਹਾਨੂੰ ਫਤਵੇ ਲਾ ਰਹੇ ਹੋ। ਮੈਂ ਫਤਵਾ ਨਹੀਂ, ਦੇਖੋ ਮੈਂ ਆਲਿਮ ਨਹੀਂ ਹੈਗਾ, ਮੈਂ ਤਾਂ ਫਤਵਾ ਲਾਉਣ ਦੀ ਪੋਜੀਸ਼ਨ 'ਚ ਨਹੀਂ ਹੈਗਾ। ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ, ਅਗਰ ਇੱਕ ਮੇਰੀ ਭੈਣ ਨੂੰ ਨੌਲੇਜ ਨਹੀਂ ਹੈਗਾ ਇਸਲਾਮ ਦਾ, ਉਹਦੀ ਸਲਾਹ ਕਿੰਨੇ ਕਰਨੀ ਹੈ? ਮੈਂ ਹੀ ਕਰਨੀ ਹੈ ਨਾ। ਤੁਸੀਂ ਮੇਰੀ ਮੈਨੂੰ ਜੇ ਮੇਰੇ ਭਰਾ ਨੂੰ ਸੋਸ਼ਲੀ ਥੋੜਾ ਮੈਂ ਦੱਸ ਦਵਾਂ ਤੇ ਉਹ ਵੀ ਕੋਈ ਬੁਰੀ ਗੱਲ ਨਹੀਂ। ਸੋਸ਼ਲੀ ਮੈਂ ਐਕਸੈਪਟ ਕਰਾਂਗਾ, ਮੈਂ ਸੋਸ਼ਲੀ ਅਗੇਂਸਟ ਇਸਲਾਮ ਚੀਜ਼ ਤੇ ਨਹੀਂ ਐਕਸੈਪਟ ਕਰਾਂਗਾ ਨਾ। ਮੈਂ ਇਹ ਗੱਲ ਕਰਦਾ ਕਿ ਇੱਕ ਮਰਦ ਸ਼ਾਦੀशुदा ਹੈ ਜੀ, ਠੀਕ ਹੈ, ਉਹਦੀ ਜ਼ਿੰਦਗੀ ਅੱਛੀ ਗੁਜ਼ਰ ਰਹੀ ਹੈ, ਠੀਕ ਹੈ, ਬਹੁਤ ਅੱਛੀ ਗੁਜ਼ਰ ਰਹੀ ਹੈ। he is not allowed to cheat on his wife, he is not, ਬਿਲਕੁਲ ਠੀਕ ਹੈ। ਉਹਦੇ ਵਿੱਚ ਅੱਲਾ ਤੁਹਾਡਾ ਭਲਾ ਕਰੇ, ਉਹਨੇ ਹਕੂਕ ਪੂਰੇ ਕਰਨੇ ਨੇ। ਉਹਨੂੰ ਬਾਹਰ ਮੂੰਹ ਮਾਰਨ ਦੀ ਇਜਾਜ਼ਤ ਨਹੀਂ ਹੈਗੀ, ਉਹਨੂੰ ਨਾ ਡੇਟਿੰਗ ਦੀ ਇਜਾਜ਼ਤ ਹੈਗੀ ਹੈ, ਨਾ ਟੈਕਸਟਿੰਗ ਦੀ ਇਜਾਜ਼ਤ ਹੈਗੀ ਹੈ, ਨਾ ਕਿਸੇ ਹੋਰ ਕੋਈ ਐਸਾ ਰਿਲੇਸ਼ਨਸ਼ਿਪ ਰੱਖਣ ਦੀ ਇਜਾਜ਼ਤ ਹੈਗੀ ਹੈ ਜਿਹੜਾ ਮੋਰਲੀ ਸੋਸ਼ਲੀ ਅਲਾਉਡ ਨਹੀਂ ਹੈਗਾ, ਠੀਕ ਹੈ, which is against the principle of Islam, it's against morality, it's against our culture, our tradition, ਇਹ ਅਲਾਉਡ ਨਹੀਂ ਹੈਗਾ। ਅੱਜ ਵੀ ਤੁਸੀਂ ਤੇ ਕਹਿ ਰਹੇ ਨਾ ਲੜਕਾ ਲੜਕੀ ਦੀ ਦੋਸਤੀਆਂ ਦੀ ਗੱਲ ਕਰ ਰਹੇ ਹੋ, ਅੱਜ ਵੀ ਨਾ ਅਸੀਂ ਉਸ ਕਲਚਰ ਤੋਂ ਬਿਲੋਂਗ ਕਰਦੇ, ਸਾਡੀ ਭੈਣਾਂ ਵੀ ਸਾਡੇ ਸਾਹਮਣੇ ਦੁਪੱਟਾ ਲੈ ਕੇ ਆਉਂਦੀਆਂ ਨੇ। ਅਸੀਂ ਉਸ ਕਲਚਰ ਤੋਂ ਬਿਲੋਂਗ ਕਰਦੇ ਜਿਸ ਕਲਚਰ 'ਚ ਬਹਿ ਕੇ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਮਰਦ ਔਰਤ ਦੀ ਦੋਸਤੀ ਹੋਣੀ ਚਾਹੀਦੀ ਹੈ। ਬਹਰਹਾਲ ਅੱਗੇ ਵੱਧਦੇ ਹਾਂ। ਲੇਕਿਨ ਅਗਰ ਲੈਟ ਸਪੋਜ਼ ਇੱਕ ਬੰਦੇ ਨੂੰ ਖੁਆਹਿਸ਼ ਹੈਗੀ ਹੈ ਕਿ ਯਾਰ ਹੀ ਇਜ਼ ਬੀਇੰਗ ਅਟਰੈਕਟਿਡ ਟੂ ਆਪੋਜ਼ਿਟ ਜੈਂਡਰ, ਕਿ ਯਾਰ ਉਹ ਅਟਰੈਕਟ ਹੋ ਰਿਹਾ, ਅਗਰ ਉਹਨੂੰ ਸ਼ੁਭਾ ਹੈਗਾ ਕਿ ਯਾਰ ਉਹ ਗਲਤ ਕੰਮ ਕਰ ਰਿਹਾ, ਚਲੋ ਇੰਜ ਕਰ ਲਓ, ਤੇ ਹੀ ਸ਼ੁੱਡ ਨਾਟ ਗੋ ਫॉर ਇਲਿਜਿਟੀਮੇਸੀ। ਮੇਰੀ ਹੁਣ ਮੈਂ ਤੁਹਾਨੂੰ ਬਰੀਫ ਕਰ ਦਿੱਤਾ ਨਾ ਤਾਂ ਕਿ ਇੱਕ ਜ਼ਾਵੀਆ ਕਲੀਅਰ ਹੋ ਜਾਏ। ਹੀ ਸ਼ੁੱਡ ਗੋ ਫॉर सेकंड वन, लेजिटिमेट करे, ठीक है। दिस इज नॉट नाइंसाफी, दिस इज नॉट चीटिंग। एक बंदे ने निकाह में लिया है औरत को, ठीक है, एक बंदे ने निकाह में लिया है, एक फैमिली सिस्टम भी अलाउ करता है। एक ਤੁਹਾਡਾ ਤੁਸੀਂ ਅਗਰ ਗੋਰਿਆਂ ਦੇ ਕਲਚਰ ਦੀ ਗੱਲ ਕਰੋ, ਗੋਰੇ 8-8 10-10 ਗਰਲਫ੍ਰੈਂਡ ਹੈ ਅਗਰ ਨਾਲ ਇੱਕ ਸਕ ਸਕਦੇ। ਸਾਡੇ ਇਸਲਾਮ ਦੇ 4 ਅਲਾਉਡ ਕੀਤਾ ਹੈ। ਸਾਡੇ ਇਸਲਾਮ ਦੇ 4 ਦੀ ਇਜਾਜ਼ਤ ਨਹੀਂ ਹੈਗੀ, 4 ਦੀ ਰਿਸਟ੍ਰਿਕਸ਼ਨ ਹੈਗੀ ਕਿ 4 ਤੋਂ ਜ਼ਿਆਦਾ ਨਹੀਂ ਕਰਨੀਆਂ ਸ਼ਾਦੀਆਂ, ਰਿਸਟ੍ਰਿਕਸ਼ਨ ਹੈਗੀ ਹੈ। ਇਟਸ ਨੈਵਰ ਅ ਚੀਟਿੰਗ, it's never against the norms of Islam, it's never the norms। ਮੈਂ ਗੱਲ ਪੁੱਛਣਾ ਮੈਂ ਤੁਹਾਡੇ ਕੋਲ, ਹਾਂ ਇੱਕ ਆਖਰੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਦੇਖੋ ਇਹ ਸਾਡਾ ਕਲਚਰਲੀ ਅਸੀਂ ਇੰਨਾ ਜ਼ਿਆਦਾ ਪਸਮਾਨਦਗੀ ਦੇ ਸ਼ਿਕਾਰ ਹੋ ਗਏ, ਸਾਡੀ ਕਲਚਰਲ ਤਰਬੀਅਤ ਗਲਤ ਹੋਈ ਹੈ ਇੰਡੋ ਪਾਕ ਦੀ। ਅਸੀਂ ਹਿੰਦੂ ਤੋਂ ਆਏ ਆ ਨਾ, ਤੇ ਸਾਡਾ ਇਹ ਜ਼ਿਹਨ ਬਣ ਗਿਆ ਚੀਟਿੰਗ ਹੈਗੀ ਹੈ, ਨਾਇੰਸਾਫੀ ਨਹੀਂ। ਤੁਸੀਂ ਅੱਜ ਤੋਂ 100 ਸਾਲ 150 ਸਾਲ ਪਹਿਲੇ ਹਿਸਟਰੀ 'ਚ ਚਲੇ ਜਾਓ, 100-150 ਸਾਲ ਬਾਅਦ ਹਾਲਾਤ ਵੀ ਕੁਝ ਹੋਰ। ਮੇਰੀ ਅਰਜ਼ ਸੁਣ ਲਓ ਤੁਸੀਂ। ਚਲੋ ਅੱਜ ਮੇਰੀ ਵਜ੍ਹਾ ਤੋਂ ਸ਼ਾਇਦ ਮੇਰੀ ਬਹਿਨ ਨੂੰ ਥੋੜਾ ਜਿਹਾ ਇੱਕ ਮੌਕਾ ਮਿਲ ਜਾਏਗਾ ਚੀਜ਼ਾਂ ਨੂੰ ਸਮਝਣ ਦਾ, ਸਿੱਖਣ ਦਾ। ਤੁਸੀਂ ਇਸਲਾਮ ਥੋੜਾ ਜਿਹਾ ਮੈਂ ਤੁਹਾਨੂੰ ਇਸਲਾਮ ਦੇ ਤਾਲੀਮਾਤ ਦਾਵਤ ਦਵਾਂਗਾ, ਹੋ ਸਕਦਾ ਹੈ ਸ਼ਾਇਦ ਹਦਾਇਤ ਦੇ ਰਾਸਤੇ 'ਚ ਆ ਜਾਓ। ਮੈਂ ਇਹ ਗੱਲ ਕਰਦਾ ਕਿ ਤੁਸੀਂ 100 ਸਾਲ ਪਹਿਲੇ ਚਲੇ ਜਾਓ ਨਾ, ਸਿਰਫ 100 ਸਾਲ 125 ਸਾਲ ਪਹਿਲੇ, मतलब before the partition it was a norm। मतलब एक शादी मयूब थी, 2 शादियां, 3 शादियां, 4 शादियां was norm। if you study the history of मुगल empire, आप पूरी स्टडी कर लें। अच्छा ਉਹ ਤੇ 4 ਤੇ ਵੀ ਨਹੀਂ ਰੁਕੇ ਨਾ, ਉਹ ਤਾਂ ਐਕਸੀਡ ਹੀ ਕਰ ਗਏ, ਉਹਨਾਂ ਨੇ ਤਬਾਹੀਆਂ ਲਾ ਦਿੱਤੀਆਂ। अच्छा इस्लाम रिस्ट्रिक्ट करता है 4 पे, रिस्ट्रिक्ट 4 पे। ना ये नाइंसाफी है, ना ये बदकिरदारी है, ना ये फहाशी है, ना ये चीटिंग है। ਠੀਕ ਹੋ ਗਿਆ। ਅੱਛਾ ਅਬ ਇਹ ਦੱਸੋ ਕਿ ਕਿਆ ਦੂਜੀ ਸ਼ਾਦੀ ਦੇ ਬੇਸਿਸ ਇਹ ਨੇ ਕਿ ਤੁਸੀਂ ਕਿਸੇ ਵੱਲ ਅਟਰੈਕਟਡ ਹੋ ਜਾਓ, ਕਿਸੇ ਅਗਰ ਇੱਕ ਬੰਦਾ ਟਿਕਟੌਕ ਤੇ ਉੱਤੇ ਗਾਣੇ ਗੰਦੀ ਵੀਡੀਓਆਂ ਦੇਖ ਰਿਹਾ ਹੈ ਨਾ ਵੇਖੇ, ਤੁਹਾਡੀ ਫੀਡ ਦੇ ਉੱਤੇ ਉਹੀ ਚੀਜ਼ਾਂ ਆਉਂਦੀਆਂ ਨੇ ਤੁਸੀਂ ਪਸੰਦ ਕਰਦੇ ਹੋ। ਮੈਂ ਇਹ ਗੱਲ ਕਰ ਰਿਹਾ ਨਾ, ਮੇਰੀ ਫੀਡ ਤੇ ਨਹੀਂ ਆਉਂਦੀਆਂ। ਤੇ ਨਾ ਮੁਸੀਬਤ ਨੂੰ, ਸਿਆਪੇ ਨੂੰ ਜੜ ਤੋਂ ਮੁਕਾਇਦਾ ਹੈ ਕਿ ਉਹਦੇ ਵਾਸਤੇ ਆਲਟਰਨੇਟਿਵ ਪ੍ਰੋਵਾਈਡ ਕਰਦਾ ਕਿ ਦੂਜਾ ਵਿਆਹ ਕਰਦਾ ਕਿ ਲੀਗਲ ਕਰ ਲੋ, ਜੋ ਗਲਤ ਕੰਮ ਕਰਨਾ ਹੈ ਉਹ ਸਹਿਨ ਕਰਕੇ ਕਰ ਲੋ। ਮਤਲਬ ਤੁਹਾਡੇ ਅੰਦਰ ਉਹਨੂੰ ਉਹ ਚੀਜ਼ਾਂ ਨਹੀਂ ਮਿਲ ਰਹੀਆਂ ਆਪਣੀ ਬੇਗਮ ਤੋਂ ਜਿਹੜੀ ਉਹਦੀ ਖੁਆਇਸ਼ ਹੈਗੀ, ਤੇ ਦੂਜਾ ਕਰ ਲੈ ਇਸ ਵਿਆਹ, ਮੂੰਹ ਨਾ ਕਰਾ ਜੇ ਬੇਗਮ ਨੂੰ ਬੰਦੇ ਤੋਂ ਨਹੀਂ ਮਿਲ ਰਹੀ। ਅੱਛਾ ਇੱਕ ਸੈਕਿੰਡ, ਖੁਲਾ ਲੈ ਖੁਲਾ ਛੱਡ ਦੇ। ਅੱਛਾ ਖੁਲਾ ਲੈ ਕੇ ਉਹਨੂੰ ਫਿਰ ਕਬੂਲ ਕੌਣ ਕਰੇਗਾ? ਉਹਨੂੰ ਕੌਣ ਕਬੂਲ ਕਰੇਗਾ? ਫਿਰ ਉਹੀ ਗੱਲ,
ਮੁਆਸ਼ਰਤੀ ਨੋਮ ਹੈ ਨਾ, ਇਹ ਮੁਆਸ਼ਰਤੀ ਇਹਨਾਂ ਆਵਾ ਦਾ ਗੱਲਾਂ ਤਾਵਾ ਹੀ ਦੀ ਵਜ੍ਹਾ ਵਿਗੜਿਆ ਤੋਂ ਹੈ, culture ਆਵਾ ਦਾ ਇਹੋ ਜਿਹਾ ਤਾਵਾ ਹੀ ਹੋ ਗਿਆ ਵਿਗੜਿਆ ਨਾ। ਹੋਇਆ ਹੈ। ਸਰ ਵੇਖੋ ਮੁਆਸ਼ਰੇ ਦਾ ਫਲੋ ਹੈਗਾ, ਇਹ ਤੁਹਾਡੀ ਮੁਆਸ਼ਰੇ ਦੀ ਤਰਬੀਅਤ ਗੰਦੀ ਹੋਈ ਹੈ ਸਰ ਨਾ। ਤਾਂ ਤੁਸੀਂ ਜਿਵੇਂ ਇਸ ਚੀਜ਼ ਨੂੰ ਮੇਰੀ ਪ੍ਰਮੋਟ ਕਰਦੇ ਭੈਣ, ਹੋ, ਸਾਡੀ ਮੁਆਸ਼ਰੇ ਦੀ ਤਰਬੀਅਤ ਅੱਛੀ ਨਹੀਂ ਹੋਈ, ਗੰਦੀ ਹੋਈ ਹੈ। ਸਾਨੂੰ ਸਾਡੇ ਜ਼ਿਹਨਾਂ 'ਚ, ਹੁਣ ਮੇਰੀ ਗੱਲ ਸੁਣੋ, ਤੁਸੀਂ ਮੇਰੀ ਇੱਕ ਭੈਣਾਂ ਦੀ ਤਰ੍ਹਾਂ ਹੋਏਗੀ, ਉਹ ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਖੁਸ਼ ਰੱਖੇ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਇਹ ਘਰ ਦਾ ਮਸਲਾ ਹੈਗਾ, ਇਹ ਘਰ ਦਾ ਮਸਲਾ ਹੈ। ਮਰਦ ਨੂੰ ਆਪਣੇ ਬੇਗਮ ਦੇ ਹਕੂਕ ਦਾ ਨਹੀਂ ਪਤਾ। ਤੁਸੀਂ ਜਿਹੜਾ ਪੈਰਾਮੀਟਰ ਫਿਕਸ ਕਰ ਰਹੇ ਹੋ ਨਾ, ਉਹ ਪੈਰਾਮੀਟਰ ਇਸਲਾਮ ਹੈਗਾ। ਇਸਲਾਮ ਹੀ ਪਾਬੰਦ ਕਰਦਾ ਹੈ ਬੇਗਮ ਦੇ ਹਕੂਕ ਪੂਰੇ ਕਰਨ 'ਚ, ਇਸਲਾਮ ਪਾਬੰਦ ਕਰਦਾ ਹੈ। ਤੁਸੀਂ, ਤੁਹਾਡਾ ਕੋਈ ਪੈਰਾਮੀਟਰ ਨਹੀਂ ਹੈਗਾ, ਤੁਹਾਡੀ ਗੱਲ ਦੀ ਕੋਈ ਅਹਿਮੀਅਤ ਨਹੀਂ। ਲੈਟਸ ਸਪੋਜ਼ ਤੁਹਾਡੀ ਗੱਲ ਤੁਹਾਡੇ ਹਸਬੈਂਡ ਤੇ ਮੰਨ ਸਕਦੇ ਨੇ, ਤੁਹਾਡੇ ਅੰਮੀ ਅਬੂ ਮੰਨ ਸਕਦੇ ਨੇ, ਮੈਂ ਨਹੀਂ ਮੰਨਾਂਗਾ। ਮੇਰੇ ਵਾਸਤੇ ਪੈਰਾਮੀਟਰ ਇਸਲਾਮ ਹੈਗਾ। ਤੁਸੀਂ ਮੈਨੂੰ ਲੌਜਿਕ ਦੇਵੋ ਇਸਲਾਮ ਤੋਂ। ਤੁਸੀਂ ਮੈਨੂੰ ਕਹਿੰਦੇ ਮੈਂ ਸੋਚ ਰਹੀ ਹਾਂ ਮੇਰੀ ਬਾਉਂਡਰੀ ਨਹੀਂ। ਹੁਣ ਆਪਣੀ ਜ਼ਾਤ ਤੋਂ ਬਾਹਰ ਨਿਕਲ ਕੇ ਚੀਜ਼ਾਂ ਨੂੰ ਸੋਚੋ। ਗੱਲ ਹੈਗੀ ਹੈ, ਇੱਕ ਮਰਦ ਜਿਹਦੇ ਅੰਦਰ ਜਿਨਸੀ ਖਵਾਹਿਸ਼ਾਤ ਨੇ, ਖੁੱਲੀ ਗੱਲ ਕਰਦੇ ਹਾਂ, ਜਿਸ ਬੰਦੇ ਦੇ ਅੰਦਰ ਇੱਕ ਇਹੋ ਜੀ ਲਜ਼ਤ ਹੈਗੀ ਕਿ ਉਹ ਟਿਕਟੌਕ ਦੇ ਉੱਤੇ ਫੋਸ਼ ਕੰਟੈਂਟ ਵੀ ਵੇਖ ਰਿਹਾ, ਲੱਭ ਕੇ ਰਿਹਾ, ਉਹਨੂੰ ਫਾਸ਼ੀ ਨਹੀਂ ਕਰਨੀ ਚਾਹੀਦੀ। ਤੁਸੀਂ ਇਸ ਗੱਲ ਤੋਂ ਕਿਉਂ ਨਹੀਂ ਸਹਿਮਤ ਹੋ ਰਹੇ? ਤੇ ਉਹਨੂੰ ਵਿਆਹ ਕਰਨਾ ਚਾਹੀਦਾ। ਉਹਨੂੰ ਵਿਆਹ ਕਰਨਾ ਚਾਹੀਦਾ ਹੈ ਜੀ, ਉਹਨੂੰ ਨਾ ਲਿਸਨ। ਇੱਕ ਸੈਕਿੰਡ, ਮੈਂ ਇਹ ਬੜੇ ਦਬੇ ਲਫ਼ਜ਼ਾਂ 'ਚ ਕਹਿ ਰਿਹਾ, ਮੁਆਸ਼ਰੇ ਦੇ ਅੰਦਰ 90% ਘਰ ਪਤਾ ਕਿਉਂ ਬਰਬਾਦ ਹੋ ਰਹੇ ਨੇ? ਚੀਟਿੰਗ ਦੀ ਵਜ੍ਹਾ ਤੋਂ, ਐਕਸਟਰਾ ਮੈਰਿਟਲ ਅਫੇਅਰਸ ਦੀ ਵਜ੍ਹਾ ਤੋਂ, ਐਕਸਟਰਾ ਮੈਰਿਟਲ ਅਫੇਅਰਸ ਦੀ ਵਜ੍ਹਾ ਤੋਂ ਤਬਾਹ ਹੋ ਰਹੇ ਨੇ। ਠੀਕ ਹੈ, ਉਹਦੀ ਰੋਕਥਾਮ ਕੀ ਹੈਗੀ ਹੈ? ਉਹਦੀ ਜਿਹੜੀ ਕੁੜੀ, ਅਸੀਂ ਰੋਕਥਾਮ ਹੈ ਕਿ ਬੰਦਿਆਂ ਨੂੰ ਲਗਾਮਾਂ ਪਾਓ। ਮੈਂ ਬੰਦਿਆਂ ਨੂੰ ਲਗਾਮਾਂ ਦੀ ਗੱਲ ਆ ਗਿਆ। ਅਸੀਂ, ਮੇਰੇ ਵਰਗਾ ਬੰਦਾ, ਮੈਂ ਗੱਲ ਕਰਦਾ, ਅਸੀਂ ਚਾਹੁੰਦੇ ਹਾਂ ਕੁੜੀ ਨੂੰ ਇੱਜ਼ਤ ਮਿਲਣੀ ਚਾਹੀਦੀ ਹੈ। ਇੰਜ ਨਹੀਂ ਮਿਲੇਗੀ। ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਮਿਲੇਗੀ, ਦੋਸਤੀਆਂ ਕਰਕੇ ਮਿਲੇਗੀ। ਦੋਸਤੀਆਂ ਦੀ ਗੱਲ ਨਹੀਂ ਹੈ। ਮੇਰੀ ਗੱਲ ਅਗੇ ਮੁਕੰਮਲ ਹੁੰਦੇ ਹੋ। ਦੋ ਸਟੇਟਮੈਂਟਸ ਨੂੰ ਸਿਸਟਰ, ਰਲਾ ਮੇਰੀ ਗੱਲ ਕੇ ਮੁਕੰਮਲ ਹੁੰਦੇ ਹੋ, ਮੇਰੀ ਗੱਲ ਮੁਕੰਮਲ ਹੁੰਦੇ ਹੋ। ਇੱਕ ਕੁੜੀ ਦੀ ਬੇਹੁਰਮਤੀ ਕੀਤੀ ਜਾਏ, ਸ਼ਾਦੀ ਤੋਂ ਬਗੈਰ ਉਹਦੇ ਨਾਲ ਫਿਰਿਆ ਟੁਰਿਆ ਜਾਏ, ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਏ, ਉਹਦੇ ਨਾਲ ਟੂਰ ਕੀਤੇ ਜਾਣ, ਇਹ ਕੁੜੀ ਦੀ ਇੱਜ਼ਤ ਹੈਗੀ ਹੈ। ਅਸੀਂ ਤੁਹਾਡਾ ਮੁਕੱਦਮਾ ਲੜ ਰਹੇ ਹਾਂ, ਅਸੀਂ ਤੁਹਾਡਾ ਮੁਕੱਦਮਾ ਲੜ ਰਹੇ ਹਾਂ। ਖੁਦਾ ਰਾ ਆਪਣੇ ਇਰਦ ਗਿਰਦ ਵਾਲੇ ਲੋਕਾਂ ਤੇ ਰਹਿਮ ਕਰੋ। ਤੁਸੀਂ ਇਨਫਲੂਐਂਸਰ ਹੈਗੇ ਹੋ, ਤੁਸੀਂ ਤੇ ਤੁਹਾਨੂੰ ਪ੍ਰਮੋਟ ਨਹੀਂ ਕਰਦੇ, ਤੁਸੀਂ ਤੇ ਕੁੜੀਆਂ ਨੂੰ ਮਨਾ ਕਰੋ। ਚਲੋ ਮਰਦਾਂ ਦੀ ਗੱਲ ਛੱਡ ਦਿਓ, ਮਰਦ ਦੀ ਗੱਲ ਮੈਂ ਕਿਆ ਕਰਨਾ? ਮੈਂ ਆਪਣੀ ਭੈਣਾਂ ਨੂੰ ਇਹ ਕਹਿ ਸਕਦਾ ਜਿਹੜੀ ਮੈਨੂੰ ਦੇਖ ਰਹੇ ਨੇ, ਕਿਸੇ ਮਰਦ ਦੇ ਨਾਲ ਨਾ ਫਿਰੋ ਟੁਰੋ, ਉਹਨੂੰ ਕੋ ਜੇ ਕਰਨੇ ਮੇਰੇ ਨਾਲ ਸ਼ਾਦੀ ਕਰ, ਨਿਕਾਹ ਕਰ, ਇੱਜ਼ਤ ਦੇ, ਮੁਝੇ ਹਕੂਕ ਦੇ, ਹੱਕ ਦੇ। ਇਹ ਗੱਲ ਕਰ ਸਕਦਾ ਮੈਂ? ਇਹ ਤੁਹਾਨੂੰ ਪਸੰਦ ਆ ਰਹੀ ਹੈ ਕਿ ਇਹ ਵੀ ਨਹੀਂ ਆ ਰਹੀ? ਨਹੀਂ, ਇਹ ਤੇ ਠੀਕ ਹੈ, ਆਬਵੀਅਸਲੀ ਨਿਕਾਹ ਕਰੇ। ਅੱਜ ਕੱਲ ਬਹੁਤੀਆਂ ਕੁੜੀਆਂ ਦੀ ਇਹੀ ਡਿਮਾਂਡ ਕਿ ਨਿਕਾਹ ਕਰੇ, ਲੇਕਿਨ ਜੋ ਤੇ ਨਿਕਾਹ ਤੋਂ ਪਹਿਲੇ ਜਿਹੜਾ 6 ਸਾਲ ਜਿਹੜਾ ਫਿਰਦੇ ਟੁਰਦੇ ਰਹਿੰਦੇ ਨੇ, ਮਰਦ ਰੱਜ ਜਾਂਦਾ, ਉਹ ਛੱਡ ਦਿੰਦਾ। ਇਹੀ ਤੇ ਸਿਆਪਾ ਹੈ। ਆਪਣਾ ਘਰ ਮਰਦ ਵੀ ਤਬਾਹ ਹੁੰਦਾ ਹੈ। ਸਰ ਵਿਆਹ ਤੋਂ ਬਾਅਦ ਵੀ ਰੱਜ ਕੇ ਦੂਜਾ ਕਰ ਹੀ ਲੈਂਦਾ ਨਾ। ਠੀਕ ਹੈ, ਨਾਲੇ ਇਹ ਦੱਸੋ ਕਿ ਜੇ ਇੱਕ ਬੰਦੇ ਦੀ 6 ਸਾਲ ਦੀ ਬੱਚੀ ਨੂੰ, ਨਹੀਂ, ਮੈਂ ਤੁਹਾਨੂੰ ਗੱਲ ਦੱਸਾਂ, ਅੱਲਾਹ ਤਾਲਾ ਨੇ ਕੁਰਾਨ 'ਚ ਗੱਲ ਕੀਤੀ ਹੈ। ਮੇਰੀ ਗੱਲ ਸੁਣੋ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਮੈਂ ਨਾ, ਮੇਰੀ ਭੈਣ, ਮੇਰੀ ਗੱਲ ਸੁਣੋ, ਗੁਫ਼ਤਗੂ ਚ ਤੁਸੀਂ ਮੇਰੇ ਨਾਲ ਨਹੀਂ ਜਿੱਤ ਸਕਦੇ। ਮੈਂ ਖੁਦ ਮੀਡੀਆ ਦਾ ਬੰਦਾ ਹੈਗਾ। ਨਹੀਂ, ਇਹ ਤਾਂ ਸਾਨੂੰ ਪਤਾ, ਤੁਸੀਂ ਤੁਹਾਡੀ ਪ੍ਰੋਫੈਸ਼ਨ ਦੇ ਸਾਰੇ ਲੋਕ ਹੀ ਬਹੁਤ ਅੱਛਾ ਬੋਲਦੇ ਨੇ। ਮੇਰੀ ਗੱਲ ਤੁਸੀਂ ਸਮਝਦੇ ਆ, ਅਸੀਂ ਇਹ ਬਹਿਸ ਨਹੀਂ ਕਰਨੀ, ਅਸੀਂ ਇਹ ਡਿਬੇਟ ਕਰਨੀ ਹੈ ਹੈਲਦੀ। ਜਾਂ ਤੁਸੀਂ ਮੈਨੂੰ ਕਨਵਿੰਸ ਕਰ ਲਓ ਜਾਂ ਮੇਰਾ ਪੈਰਾਮੀਟਰ, ਮੈਂ ਤੁਹਾਨੂੰ ਨਹੀਂ ਕਰ ਸਕਦੀ। ਮੇਰਾ ਪੈਰਾਮੀਟਰ ਇਸਲਾਮ ਹੈਗਾ, ਮੇਰਾ ਪੈਰਾਮੀਟਰ ਇਸਲਾਮ ਹੈਗਾ, ਮੇਰੀ ਪੈਰਾਮੀਟਰ ਦੀਨੀ ਤਾਲੀਮਾਤ ਹੈਗੀ। ਤੁਸੀਂ ਮੈਨੂੰ ਕਨਵਿੰਸ ਨਹੀਂ ਕਰ ਸਕਦੇ, ਤੁਸੀਂ ਮੈਨੂੰ ਕਨਵਿੰਸ ਕਰ ਸਕਦੇ ਹੋ। ਤੁਸੀਂ ਮੇਰੇ ਸਾਹਮਣੇ ਗੱਲ ਲਿਆਓ, ਅੱਲਾਹ ਨਹੀਂ, ਮੈਂ ਤੁਹਾਡੇ ਸਾਹਮਣੇ ਜਿਹੜੀ ਗੱਲ ਲੈਣੀ ਹੈ ਨਾ, ਤੁਸੀਂ ਕੁਝ ਹੋਰ ਹੀ ਗੱਲ ਵਿੱਚੋਂ ਕੱਢ ਲੈਣੀ। ਹਾਂ ਇੰਜੀ ਹੈ, ਤੁਹਾਡੇ ਲੌਜਿਕ ਹੀ ਨਹੀਂ ਹੈ। ਤੁਹਾਡਾ ਲੌਜਿਕ ਹੀ ਹੈਗਾ ਮੈਂ ਸਮਝਦੀ ਹਾਂ ਮੇਰੀ ਬਾਉਂਡਰੀ, ਮੈਂ ਕਿੱਥੇ ਹੈਗਾ? ਮੈਂ ਹੈ ਹੀ ਨਹੀਂ, ਮੈਂ ਜ਼ੀਰੋ ਹਾਂ। ਟੁਡੇਜ਼ ਮੈਂ ਟਾਈਮ ਜ਼ੀਰੋ ਹਾਂ। ਇਹ ਅੱਜ ਦਾ ਦੌਰ ਹੈਗਾ, ਅੱਜ ਦੇ ਦੌਰ ਦੇ ਮੁਤਾਬਿਕ ਦੀ ਗੱਲ ਕਰ ਰਹੀ ਹਾਂ। ਅੱਜ ਦੇ ਦੌਰ ਨਹੀਂ ਹੈਗਾ, 150 ਸਾਲ ਪੁਰਾਣੀ ਗੱਲ ਨਾ। 1450 ਸਾਲ ਪਹਿਲੇ ਦੀਨ ਮੁਕੰਮਲ ਹੋ ਗਿਆ ਹੈ। ਉਹੀ ਜ਼ਾਬਤਾ ਹਯਾਤ ਹੈ, ਉਹਦੇ ਮੁਤਾਬਿਕ ਅਸੀਂ ਜ਼ਿੰਦਗੀ ਗੁਜ਼ਾਰਨੀ ਹੈ। ਜ਼ਿੰਦਗੀ ਦੇ तमाम तर ਉਮੂਰ, ਚਾਹੇ ਉਹ ਦੁਨੀਆ ਦੇ ਹੋਣ, ਚਾਹੇ ਉਹ ਸ਼ਾਦੀ ਦੇ ਹੋਣ, ਚਾਹੇ ਉਹ ਮਾਂ-ਬਾਪ ਦੇ ਹੋਣ, ਚਾਹੇ ਉਹ ਤੋਂ ਔਲਾਦ ਦੇ ਹੋਣ, ਅਸੀਂ ਦੀਨ ਦੇ ਮੁਤਾਬਿਕ ਸਾਰੇ ਅੰਜਾਮ ਦੇਣੇ ਨੇ। ਮੇਰੀ ਖੁਆਇਸ਼ ਹੈ ਛੱਡ ਦੇਣਾ ਚਾਹੀਦਾ ਸਰ। ਫਿਰ ਤੇ ਮੋਬਾਈਲ, ਸੋਸ਼ਲ ਮੀਡੀਆ, ਪੋਡਕਾਸਟ। ਮੈਂ ਤੁਹਾਡੇ ਮੁਲਕ ਦੀ 99% ਐਲੀਟ ਤੋਂ ਜ਼ਿਆਦਾ ਐਡਵਾਂਸ ਹੈਗਾ। ਮੈਂ ਛੱਡਿਆ ਸਰ, ਤੁਸੀਂ ਇੱਕ ਸੋਸ਼ਲ ਮੀਡੀਆ ਪਰਸਨੈਲਿਟੀ ਹੋ। ਮੈਂ ਸੋਸ਼ਲ ਮੀਡੀਆ ਪਰਸਨੈਲਿਟੀ ਹੈਗਾ। ਤੁਸੀਂ ਅੱਜ ਦੇ ਦੌਰ ਦੀ ਇੱਕ ਐਪ ਨੂੰ, ਇਸ ਵਾਸਤੇ ਮੈਂ ਕੋਸ਼ਿਸ਼ ਕਰਦਾ। ਮੇਰੀ ਗੱਲ ਸੁਣੋ, ਕੋਈ ਪਰਫੈਕਟ ਨਹੀਂ ਹੁੰਦਾ। ਬੰਦੇ ਦੇ ਅੰਦਰ ਘੱਟੋ ਘੱਟ ਖੁਆਇਸ਼ ਹੋਣੀ ਚਾਹੀਦੀ ਹੈ, ਬੰਦਾ ਗੁਨਾਹ ਤੋਂ ਬਚੇ, ਬਸ ਇਹ ਮੈਂ ਪ੍ਰਮੋਟ ਕਰਦਾ। ਨੋ ਵਨ ਇਜ਼ ਪਰਫੈਕਟ। ਅੱਲਾਹ ਤਾਲਾ ਤੁਹਾਡੇ ਕੋਲ ਪਰਫੈਕਸ਼ਨ ਡਿਮਾਂਡ ਨਹੀਂ ਕਰ ਰਿਹਾ। ਅੱਲਾਹ ਤਾਲਾ ਸਿਰਫ ਇੱਕ ਨੀਅਤ ਦੇਖੋ, ਤੁਹਾਡੇ ਅੰਦਰ ਨੀਅਤ ਹੋਣੀ ਚਾਹੀਦੀ ਰੱਬ ਨੂੰ ਰਾਜ਼ੀ ਕਰਨ ਦੀ, ਕਿ ਤੁਸੀਂ ਦੀਨ ਨੂੰ ਕਾਟਾ ਮਾਰ ਲਓ। ਨਹੀਂ, ਇਹ ਦੌਰ ਦੇ ਅੰਦਰ ਮੈਂ ਜੀ ਨਹੀਂ ਸਕਦੀ। ਇਹ ਸਭ ਤੋਂ ਵੱਡਾ ਸ਼ੈਤਾਨ ਦਾ ਇੱਕ ਵਾਰ ਹੈਗਾ ਇਨਸਾਨ ਦੇ ਉੱਤੇ। ਉਹ ਤੁਹਾਡੇ ਦਿਲ 'ਚ ਇਹ ਗੱਲ ਪਾ ਦੇਵੇ ਕਿ ਤੂੰ ਦੁਨੀਆ ਦੇ ਅੰਦਰ ਸਰਵਾਈਵ ਹੀ ਨਹੀਂ ਕਰ ਸਕਦਾ ਅਗਰ ਤੂੰ ਇਸਲਾਮ ਦੇ ਮੁਤਾਬਿਕ ਚੱਲੇਗਾ। ਬਹੁਤ ਸ਼ੁਕਰੀਆ। ਨਹੀਂ, ਤੁਸੀਂ ਸਾਰੀਆਂ ਗੱਲਾਂ ਠੀਕ ਹੀ, ਮੈਂ ਮੰਨਦੀ ਹਾਂ। ਤੁਸੀਂ ਇੱਕ ਰਿਸਪੈਕਟੇਬਲ ਅਹੁਦੇ ਦੇ ਉੱਤੇ, ਲੋਕੀ ਤੁਹਾਨੂੰ ਫੋਲੋ ਕਰਦੇ ਨੇ, ਮੰਨਦੇ ਨੇ। ਨਹੀਂ, ਲੋਕੀ ਤੁਹਾਨੂੰ ਫੋਲੋ ਕਰਦੇ ਨੇ, ਅੱਲਾਹ ਤਾਲਾ ਦੇ ਨੇ। ਮੈਂ ਖਾਕਸਰ, ਮੈਂ ਸਟੇਜ ਤੇ ਖੋ ਕੇ ਹਰ ਮਾਹ ਤੇ ਖੋ ਕੇ ਮੈਂ ਕਹਿੰਦਾ ਮੇਰੀ ਜ਼ਾਤ ਸਿਫਰ ਹੈ, ਮੇਰੀ ਜ਼ਾਤ ਦੀ ਕੋਈ ਔਕਾਤ ਨਹੀਂ, ਕੋਈ ਹਸੀਅਤ ਨਹੀਂ, ਮੇਰੇ ਅੰਦਰ ਕੋਈ ਫਹਿਮੋ ਫਿਰਾਸਤ ਨਹੀਂ। ਮੈਂ ਮੁਹਤਾਜ ਅੱਲਾਹ ਤਾਲਾ ਦੀ ਰਹਿਮਤ ਦਾ। ਕਿਉਂ? ਮੇਰੇ ਅੰਦਰ ਇੱਕ ਤੜਪ ਹੈਗੀ ਹੈ ਕਿ ਮੈਂ ਇਹੋ ਜਿਹਾ ਕੰਮ ਨਾ ਕਰ ਜਾਵਾਂ ਜਿਹੜੇ ਮੇਰੇ ਅੱਲਾਹ ਤਾਲਾ ਤੇ ਉਹਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੀ
तालीमात तो खिलाफ होए मेरे लिए ख्वाहिश है कि मेरी अपनी ऐसा है ख्वाहिश है, तुसी ऐसा कोई काम ना करो। मैं भी गुनाह कर मेरे को भी गुनाह होंदे होंगे मैं लेकिन मैं अपने गुनाहों तो नादिम हो जाना, मैं शर्मिंदा होना, मैं हर रोज माफी मांगना, मैं कहना कि यार मैं हर रोज तौबा करना, अल्लाह ताला मेरे को गुनाह हो गया ना मैनू माफ कर दे। लेकिन मेरी गल सुनो, मैं कभी दीन दा रद्द नहीं किया, मैं घट्टो घट्ट दीन दी उसूलां नूं ऐ नहीं किया कि ए उसूल पुराने ने, एदे नाल जिंदगी नहीं गुजारी जा सकती। शादी ਤੁਹਾਡੇ दीन ਦੇ ਮੁਤਾबिਕ, ਤੁਹਾਡਾ ਜੀਣਾ ਮਰਨਾ दीन ਦੇ ਮੁਤਾबिक, ਹਰ ਚੀਜ਼ दीन ਨੂੰ ਤੁਸੀਂ ਅਸੀਂ दीन ਨੂੰ ਕਿਉਂ ਗਲਤ ਇਸਤੇਮਾਲ ਕਰ ਰਹੇ ਹਾਂ? ਅਸੀਂ दीन ਨੂੰ ਆਪਣੇ ਮਫਾਦ ਵਾਸਤੇ ਇਸਤੇਮਾਲ ਕਰ ਰਹੇ ਹਾਂ। दीन ਦੇ ਅੰਦਰ ਖੈਰ ਹੀ ਖੈਰ ਹੈ। ਇਸ ਤੋਂ ਵੱਡਾ ਕਿਹੜਾ ਮਫਾਦ ਹੈ ਕਿ ਲੋਕੀ ਆਪਣੀ ਡਿਜ਼ਾਇਰ ਵਾਸਤੇ ਵਿਆਹ ਕਰਨ? ਇਹ ਵੀ ਤੇ ਮਫਾਦ ਹੀ ਹੈ ਨਾ ਕਿ ਬਸ ਅਟਰੈਕਸ਼ਨ। ਇਹ ਮੇਰੇ ਰੱਬ ਨੇ ਅਲਾਉਡ ਕੀਤਾ ਡਿਜ਼ਾਇਰ ਵਾਸਤੇ ਰੋਟੀ ਵੀ ਤੇ ਖਾਂਦੇ ਹੋ ਨਾ, ਉਹ ਡਿਜ਼ਾਇਰ ਹੋਰ ਹੈ ਸਰ, ਉਹ ਡਿਜ਼ਾਇਰ ਉਹ ਨੀਡ ਹੈ, ਦੈਟਸ ਨਾਟ ਅ ਡਿਜ਼ਾਇਰ, ਦੈਟਸ ਅ ਨੀਡ, ਬੇਸਿਕ ਨੀਡ ਹੈ ਰੋਟੀ। ਬਟ ਉਹ ਜਿਹੜੀ ਅਟਰੈਕਸ਼ਨ ਔਰਤ ਸ਼ਾਦੀ ਰੋਟੀ ਦੀ ਗੱਲ ਕਿਤੇ ਇਹਦਾ ਵੀ ਜਵਾਬ ਲੈ ਲਓ ਨਾ, ਸ਼ਾਦੀ ਨੀਡ ਹੈਗੀ ਨਾ, ਸ਼ਾਦੀ ਨੀਡ ਹੈਗੀ ਕਿ ਨਹੀਂ? ਸ਼ਾਦੀ ਨੀਡ ਨਹੀਂ ਹੈਗੀ। ਉਹ ਜਿਹੜੀ ਨੀਡ ਹੈ ਨਾ, ਉਹ ਇੱਕ ਨੀਡ ਹੈ, ਇੱਕ ਔਰਤ ਤੋਂ ਵੀ ਪੂਰੀ ਹੁੰਦੀ ਹੈ। ਤੁਸੀਂ ਕਿਸ ਤਰ੍ਹਾਂ ਫੈਸਲਾ ਕਰ ਸਕਦੇ ਹੋ? ਇੱਕ ਬੰਦੇ ਦੀ 4 ਹੋ ਸਕਦੀ ਹੈ, ਇੱਕ ਬੰਦੇ ਦੀ 2 ਹੋ ਸਕਦੀ ਹੈ। ਜਿਵੇਂ ਇੱਕ ਰੋਟੀ, ਇੱਕ ਬੰਦੇ ਦੀ ਇੱਕ ਰੋਟੀ ਨਾਲ ਪੇਟ ਭਰ ਜਾਂਦਾ, ਇੱਕ ਦਾ 2 ਨਾਲ ਭਰਦਾ ਹੈ। ਫਿਤਰਤ ਹੋਈ ਨਾ ਬੰਦੇ ਦੀ, ਉਸ ਫਿਤਰਤ ਬਿਲਕੁਲ ਬਹੁਤ ਅੱਛੀ ਗੱਲ ਕੀਤੀ। ਉਸ ਫਿਤਰਤ ਦੀ ਵਜ੍ਹਾ ਤੋਂ ਮੇਰੇ ਰੱਬ ਨੇ ਅਲਾਉ ਕੀਤਾ 4, ਉਸ ਫਿਤਰਤ ਦੀ ਵਜ੍ਹਾ ਤੋਂ। ਵੈਰੀ ਗੁੱਡ, ਇਹੀ ਗੱਲ ਸਮਝਾਉਣਾ ਚਾਹ ਰਹੇ ਮਤਲਬ ਤੁਸੀਂ ਮੰਨ ਗਏ ਹੋ ਕਿ ਮਰਦ ਫਿਤਰਤ ਤਾਂ ਨਹੀਂ ਹੈ ਇਸ ਕਿਸਮ ਦਾ? ਨਹੀਂ ਕੋਈ ਮਰਦ ਹੁੰਦੇ ਨੇ ਉਹ ਇੱਕ ਤੋਂ ਕਿਸੇ ਮਰਦ ਨੂੰ 2 ਦੀ ਜ਼ਰੂਰਤ ਹੁੰਦੀ, ਕਿਸੇ ਨੂੰ 3 ਦੀ ਜ਼ਰੂਰਤ ਹੁੰਦੀ ਹੈ, ਤੇ ਉਹ ਆਪਣੀ ਜ਼ਰੂਰਤ ਦੇ ਮੁਤਾਬਿਕ ਕਰ ਲਵੇ। ਅੱਛਾ, ਜੇ ਕੋਈ 6 ਸਾਲ 3 ਸਾਲ ਦਾ ਬੱਚੀ ਹੈ, ਉਹਨੂੰ ਵੇਖ ਕੇ ਜੋ ਅਟਰੈਕਟ ਹੁੰਦਾ ਹੈ, ਉਹਦੇ ਬਾਰੇ ਕੀ? ਇਹੋ ਜਿਹੇ ਬੰਦਿਆਂ ਨੂੰ ਕੱਟ ਦੇਣਾ ਚਾਹੀਦਾ ਤੇ ਸਰੇਆਮ ਸੰਸਾਰ ਕਰ ਦੇਣਾ ਚਾਹੀਦਾ। ਜਦੋਂ ਅਸੀਂ ਇਹ ਕਵਾਂਗੇ ਨਾ ਕਿ ਅਟਰੈਕਸ਼ਨ ਹੈ, ਮਰਦ ਦੀ ਨੀਡ ਹੈ, ਮਰਦ ਫਿਤਰਤ, ਫਿਰ ਉਹ ਕਹਿੰਦਾ ਕਿ ਠੀਕ ਹੈ ਮੇਰੀ ਫਿਤਰਤ ਹੈ। ਮੈਂ ਤੁਹਾਨੂੰ ਗੱਲ ਦੱਸਾਂ ਜਿਹੜਾ ਇੱਕ ਇਹੋ ਜਿਹੇ ਮਰਦ ਜਿਹੜੇ ਬੱਚਿਆਂ ਨਾਲ ਜ਼ਿਆਦਤੀ ਵਗੈਰਾ ਦੀ ਮਾਮਲਾਤ ਦੇ ਅੰਦਰ ਮੁਲਵਸ ਹੁੰਦੇ ਨੇ, ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ ਇਹਦਾ ਰੂਟ ਕਾਜ਼ ਵੀ ਕਰਨਾ ਚਾਹੀਦਾ। ਇਹੋ ਜਿਹੇ ਦੀ ਨਾ ਸ਼ਾਦੀਆਂ ਨਹੀਂ ਹੋਈ ਹੁੰਦੀਆਂ, ਇਹ ਦਰਿੰਦਿਆਂ ਦਾ ਰੂਟ ਕਾਜ਼ ਪਰ ਇੱਕ ਤਾਂ ਸਾਈਕੋਲੋਜੀਕਲ ਡਿਸਆਰਡਰ ਹੁੰਦਾ ਹੈ ਆਪਣੇ ਦਾ ਮੌਜੂਦ ਹੈਗਾ। ਲੇਕਿਨ ਤੁਸੀਂ ਕੀ ਸਮਝਦੇ ਹੋ ਵੀ ਸਪੋਰਟ? ਤੁਹਾਨੂੰ ਲੱਗਦਾ ਕਿ ਮੈਂ ਤਾਂ ਕਹਿੰਦਾ ਕਿ ਇਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਹੈ, ਇਹਨਾਂ ਨੂੰ ਮੁਆਸ਼ਰੇ ਤੋਂ ਤੁਸੀਂ ਕਹਿ ਰਹੇ ਹੋ ਵਿਆਹ ਕਰਨਾ ਚਾਹੀਦਾ? ਮੇਰੀ ਗੱਲ ਜਰਾ ਸੁਣੋ, ਇੱਕ ਬੰਦਾ ਹੈਗਾ 15 18 ਸਾਲ 20 ਸਾਲ ਦੀ ਉਮਰ ਹੈਗੀ ਹੈ, 20 ਸਾਲ ਦੀ ਉਮਰ ਹੈ, ਲੈਟਸ ਸਪੋਜ਼, ਮੈਂ ਇੱਕ ਮਿਸਾਲ ਦੇ ਰਿਹਾ। ਮੈਂ ਇਹ ਗੱਲ ਕਰਦਾ, ਉਹਦੇ ਚਿਹਰੇ ਤੇ ਲਿਖਿਆ ਹੋਏਗਾ ਕਿ ਉਹਦੇ ਅੰਦਰ ਇਹ ਦਰਿੰਦਗੀ ਹੈਗੀ ਹੈ? ਚਿਹਰੇ ਤੇ ਨਹੀਂ ਲਿਖਿਆ ਹੋਏਗਾ ਨਾ। ਮੁਆਸ਼ਰੇ ਦੇ ਅੰਦਰ ਅਗਰ ਸਾਨੂੰ ਦੀਨ ਕੀ ਹੁਕਮ ਦਿੰਦਾ ਹੈ ਕਿ ਜਦੋਂ ਬਾਲਗ ਹੋ ਸ਼ਾਦੀ ਕਰਦੇ ਹੋ, ਇਹ ਹੁਕਮ ਦਿੰਦਾ ਦੀਨ? ਦਿੰਦਾ, ਬਿਲਕੁਲ ਦਿੰਦਾ। ਅਗਰ ਇੱਕ ਇਨਸਾਨ ਜਦੋਂ ਉਹ ਜਵਾਨ ਹੋ ਰਿਹਾ, ਬਲੂਗਤ 'ਚ ਪਹੁੰਚ ਰਿਹਾ, ਉਹਦੀ ਸ਼ਾਦੀ ਹੋਣਾ ਸ਼ੁਰੂ ਹੋ ਜਾਏ ਅਕੋਰਡਿੰਗ ਟੂ ਦ ਪ੍ਰਿੰਸੀਪਲਸ ਆਫ ਇਸਲਾਮ, ਅਕੋਰਡਿੰਗ ਟੂ ਦ ਪ੍ਰਿੰਸੀਪਲਸ ਆਫ ਇਸਲਾਮ, ਤੁਹਾਨੂੰ ਨਹੀਂ ਲੱਗਦਾ ਕਿ ਮੁਆਸ਼ਰੇ ਦੇ ਅੰਦਰ, ਮੈਂ ਨਹੀਂ ਕਹਿੰਦਾ 100%, ਲੇਕਿਨ 80-90% ਬੁਰਾਈਆਂ ਦਾ ਖਾਤਮਾ ਹੋ ਜਾਏ? ਤੁਹਾਨੂੰ ਨਹੀਂ ਲੱਗਦਾ? ਮਤਲਬ ਜਿਹੜੇ ਯੂਨੀਵਰਸਿਟੀ ਕਾਲਜ ਦੇ ਦਿਲ ਟੁੱਟਣ ਦੇ ਵਾਕਿਆਤ ਹੁੰਦੇ ਨੇ, ਸੁਸਾਈਡ ਦੇ ਵਾਕਿਆਤ ਹੁੰਦੇ ਨੇ, ਤੁਹਾਡਾ ਨੌਜਵਾਨ ਫੋਕਸ ਨਹੀਂ ਹੈਗਾ, ਤੁਹਾਡੀ ਬੱਚੀਆਂ ਫੋਕਸ ਨਹੀਂ ਹੈਗੀਆਂ, ਵਿਆਹਾਂ ਦੇ ਮਸਲੇ ਆ ਰਹੇ ਨੇ, ਲੜਕੇ ਡੇਟਿੰਗ ਕਰਕੇ ਛੱਡ ਦਿੰਦੇ ਨੇ, ਕਾਲਜ ਦਾ ਵਿਆਹ ਹੋ ਜਾਂਦੇ ਨੇ, ਬਿਲਕੁਲ ਠੀਕ ਹੈ। ਲੇਕਿਨ ਫਿਰ ਹੋਰ ਕੋਈ 5-6-7 ਸਾਲ ਬਾਅਦ ਜਦੋਂ ਉਹ ਉਮਰ ਆਉਂਦੀ ਨਾ ਸਹੀ, ਜਦੋਂ ਵਿਆਹ ਕਰਨ ਵਾਲੀ, ਉਦੋਂ ਫਿਰ ਉਹਨੂੰ ਹੁੰਦਾ ਕਿ ਹੁਣ ਇੱਕ ਵਿਆਹ ਹੋਰ ਹੋਣਾ ਚਾਹੀਦਾ। ਤੇ ਫਿਰ ਉਹ ਕੁੜੀ ਦਾ ਕੀ ਕਸੂਰ ਹੈ? ਤੇ ਕੁੜੀ ਦਾ ਕੀ ਕਸੂਰ ਹੈ ਜਿਹਦੀ ਇੰਨੀ ਛੋਟੀ ਉਮਰ 'ਚ ਵਿਆਹ ਹੋ ਗਿਆ, ਬੱਚੇ ਪੈਦਾ ਕਰ ਲਏ, ਬਾਅਦ 'ਚੋਂ ਬੰਦੇ ਦਾ ਇੱਕਦਮ ਦਿਲ ਕਰ ਪਿਆ ਮੈਂ ਵਿਆਹ ਕਰਾਂ, ਉਹਦਾ ਕੀ ਕਸੂਰ? ਤੁਸੀਂ ਪਹਿਲੇ ਆਪਣੇ ਜ਼ਿਹਨੋਂ ਇਹ ਗੱਲ ਕੱਢੋ ਕਿ ਦੂਜੀ ਸ਼ਾਦੀ ਚੀਟਿੰਗ ਹੈਗੀ ਹੈ। ਸਰ, would your wife allow you ever? I don't need her permission. ਇਸਲਾਮ ਦੇ ਮੇਰੇ ਤੇ ਰੂਲ ਹੈਗਾ। ਠੀਕ ਹੈ, ਮਤਲਬ ਕਿ ਤੁਹਾਡੇ ਅਕੋਰਡਿੰਗਲੀ ਕਿ ਬੁੱਢੀ ਨੂੰ ਪੁੱਛੋ ਵੀ ਨਾ ਤੇ ਜਾ ਕੇ ਦੂਜਾ ਵਿਆਹ ਲਿਆ ਕੇ ਕੁੜੀ ਦੇ ਸਿਰ 'ਚ ਮਾਰ ਦੋ ਲਿਆ ਕੇ। ਮੇਰੀ ਗੱਲ ਜ਼ਰਾ ਦੁਬਾਰਾ ਮੇਰਾ ਜਵਾਬ ਸੁਣ ਲਓ ਦੁਬਾਰਾ। if I am in a need एक तो नीड ਜਿਹੜੀ ਹੈ ना, अल्लाह दी कसम, मैं आपको एक मिसाल दे रहा हूँ, आप मेरी बात को आप हर चीज़ को लिटरली सिचुएशन है। जब मैं ये बात करता हूँ ना, मैं तो आई एम टॉकिंग इन जनरल, आई डोंट हैव सेकंड वाइफ, आई हैव वन वाइफ, आई एम वेरी हैप्पी विद हर। वजह बता देता हूँ। मैं बिजनेसमैन हूँ, मेरी इतनी ज़्यादा अपॉइंटमेंट्स हैं, इतनी ज़्यादा मेरा हेक्टिक शेड्यूल है। मतलब आपकी प्रोड्यूसर मुझसे नाराज़ हो गई थी पिछले इंटरव्यू में। मैं जस्टिफाई नहीं कर सकता ना, मैं एक बेगम को टाइम पूरा नहीं दे पा रहा, मैं दूसरे कितने मैं कितने जाके सर मारा अपना। मेरी गल तुम समझ रहे हो? मैं गल कर रहा कि मैं बेगम ने एक
ਮੈਨੂੰ ਟਾਈਮ ਨਹੀਂ ਦੇ ਰਿਹਾ, ਮੈਂ ਪਹਿਲੇ ਉਹਨੂੰ ਤਾਂ ਰਾਜ਼ੀ ਕਰ ਲਵਾਂ, ਉਹਨੂੰ ਟਾਈਮ ਦੇ ਦੇਵਾਂ। ठीक है। लेकिन सिस्टर, अल्लाह ताला ने दीन, देखें हमारी शादी दीन के मुताबिक होती है ना, ऐसे ही। हमारी तदफीन भी दीन के मुताबिक होती है, बिल्कुल बंदा ऐसे ही। मरता है जनाजा भी दीन के मुताबिक जी, होता जी, है। ठीक। जब आप पैदा होते हो तो आपके कान में आवाज अजान दी जाती है, अजान दीन दी के मुताबिक दी जाती जाती है, मर्द के बिल्कुल खतरे दी किए जाते हैं, जाती दीन के अहकामात बिल्कुल वहां तक दी फॉलो जाती किए जाते हैं। हाँ। अब इसका मतलब है कि हमने हर चीज दीन के मुताबिक गुजारनी है, जी। आपने सबमिट कर दी है। जी। शादी के लिए मर्द को 2 जी। गवाहान की जरूरत है, औरत के लिए वली की जरूरत है। नबी के सल्लल्लाहु अलैहि वसल्लम की हदीस है, ला निकाह इल्ला बिही, वली, ठीक। औरत के लिए वली की जरूरत है, मर्द के लिए 2 गवाहान की जरूरत है। इस्लाम में, दीन में, कुरान में, हदीस में कहीं ये लिखा कि बेगम की इजाजत की जरूरत है। अगर आपके तवज्जो कोई बंदा मुझे कहे कि बेगम की इजाजत की जरूरत है, मैं अपनी इस्लाह कर लूंगा, ऑन द कैमरा ये बात कर रहा हूँ। आप मुझे एथिकल ना दरस दें, लेकिन मैं दर्श नहीं दे रही, मैं उन्हें दस रही कि तुसी अपनी बुढ़ी नाल नहीं जिंदगी गुजारी 10 साल 12 साल, तो मैं अगले 50 साल भी गुजारने ਨੂੰ ਤਿਆਰ ਹਾਂ। नहीं, लेकिन ਜਦੋਂ ਵਿਆਹ ਕਰਨ ਜਾਓਗੇ ਇੱਕ ਦਿਲ 'ਚ ਛੋਟੀ ਜਿਹੀ ਖਲਸ਼, ਛੋਟਾ ਦਾ ਥਾਟ ਵੀ ਨਹੀਂ ਆਏਗਾ ਕਿ ਯਾਰ ਉਹਨੂੰ ਪੁੱਛਣਾ, ਉਹਨਾਂ ਡਿਸਕਸ ਕਰਨਾ, ਜਾਂ ਉਹਨੂੰ ਕੀ ਮਹਿਸੂਸ ਹੋਏਗਾ। ਇਹ ਤੇ ਐਸ ਮੁਆਸ਼ਰੇ ਦੇ ਅੰਦਰ ਮੈਂ ਸਮਝਦਾ ਹੈਗਾ, ਐਸ ਮੁਆਸ਼ਰੇ ਦੇ ਅੰਦਰ ਆਈ ਵੁੱਡ ਪ੍ਰੀਚ ਕਿ ਇੱਕ ਮਰਦ, ਮੈਂ ਇੱਕ ਮਰਦਾਂ ਨੂੰ ਇਹ ਨਹੀਂ ਕਹਿ ਰਿਹਾ ਦੂਜੀ ਸ਼ਾਦੀ ਕਰੋ, ਨਹੀਂ ਕਰਨੀ, ਮੈਂ ਬਸ ਕਹਿਣਾ ਹੈ ਕਿ ਕੋਈ ਸ਼ਰਮ ਕਰੋ, ਬੇਹਯਾਈ ਨਾ ਕਰੋ, ਚੀਟਿੰਗ ਨਾ ਕਰੋ, ਡੇਟਿੰਗ ਨਾ ਕਰੋ, ਕਿਸੇ ਕੁੜੀ ਦਾ ਘਰ ਬਰਬਾਦ ਨਾ ਕਰੋ, ਕਿਸੇ ਕੁੜੀ ਨੂੰ ਇੱਜ਼ਤ ਦੇਵੋ। ਅਗਰ ਤੁਸੀਂ ਰਿਲੇਸ਼ਨਸ਼ਿਪ 'ਚ ਆਣਾ ਹੀ ਹੈ, ਮੇਰੀ ਗੱਲ ਸੁਣੋ, then there is only one option, ਵਿਆਹ। हराम रिलेशनशिप की मैं हराम रिलेशनशिप के खिलाफ हूं। तुसी मेरा पॉइंट समझो, जड़ा मेरा सेंटर ऑफ, जड़ा मैं जिस तवज्जो मेरी फॉलो, मैं गल करते हैं हराम रिलेशनशिप इज नेवर एन ऑप्शन, इज नॉट एन ऑप्शन एट ऑल। बिल्कुल किसी जरूरत नहीं है। द ओनली ऑप्शन यू हैव इज शादी। ठीक है, हाँ, तुसी अपने बंदियां ਨੂੰ कंट्रोल करो कि ਉਹ ਕੁੜੀਆਂ ਨਾਲ ਦੋਸਤੀਆਂ ਵੀ ਨਾ ਕਰਨ। ਕੰਟਰੋਲ ਦੀ ਲੋੜ ਹੀ ਨਹੀਂ ਹੈ ਸਰ, ਇੰਨੀ ਕੁ ਸਾਡੇ ਵਿੱਚ ਟਰਸਟ। ਮੈਂ ਤੁਹਾਡੀ ਤੇ ਗੱਲ ਨਹੀਂ ਕਰ ਰਿਹਾ, ਮੋਸਟਲੀ ਮਾਜ਼ਰਤ ਦੇ ਨਾਲ ਜਿਸ ਚੈਨਲ ਤੁਸੀਂ ਬੈਠੇ ਹੋ ਨਾ, ਇੱਥੇ ਕਿਸੇ ਰਿਪੋਰਟਰ ਨੂੰ ਕਹੋ ਤੁਹਾਨੂੰ ਨਾ ਸਟੈਟਸ ਲਿਆ ਕੇ ਦੇਵੇ ਤੇ ਤੁਹਾਡੇ ਹੋਸ਼ ਉੱਡ ਜਾਣ ਕਿ ਇਸ ਵਕਤ ਪਰ ਡੇ ਪਾਕਿਸਤਾਨ ਦੀ ਤਲਾਕ ਦੀ ਰੇਸ਼ੋ ਕਿੱਥੇ ਪਹੁੰਚੀ ਹੋਈ ਹੈ। ਅਸੀਂ ਯੂਰਪ ਨੂੰ ਕੱਢ ਦਿੱਤਾ ਹੋਇਆ ਹੈ। ਔਰਤਾਂ ਬਹੁਤੀਆਂ ਅਵੇਅਰ ਹੋ ਗਈਆਂ ਨੇ, ਪੜ੍ਹ ਲਿਖ ਗਈਆਂ, ਉਹਨੂੰ ਪਤਾ ਲੱਗ ਗਿਆ ਕਿ ਅਸੀਂ ਜ਼ੁਲਮ ਜ਼ਿਆਦਤੀ ਬਰਦਾਸ਼ਤ ਨਹੀਂ ਤਲਾਕ ਇਸ ਵਾਸਤੇ ਹੋ ਰਹੀਆਂ ਨੇ, ਤਲਾਕ ਇਸ ਵਾਸਤੇ ਨਹੀਂ ਹੋ ਰਹੀਆਂ। ਬੰਦੇ ਬਦਲਣ ਨੂੰ ਤਿਆਰ ਨਹੀਂ ਨੇ ਸਰ, ਬੰਦਿਆਂ ਨੂੰ ਵੀ ਆਪਣੀ ਇਸਲਾਹ ਕਰਨੀ ਚਾਹੀਦੀ ਹੈ। ਹੋ ਗਈਆਂ ਨੇ ਲੇਕਿਨ ਮਰਦ ਜਾਹਿਲ ਹੋ ਗਿਆ ਹੈ। ਮਰਦ ਉੱਥੇ ਦਾ ਉੱਥੇ ਹੀ ਹੈ, ਕਮਾਲ ਹੈ ਤੁਹਾਡਾ ਫੈਮਿਨਿਜ਼ਮ ਵੀ ਮਾਸ਼ਾਅੱਲਾ। ਉਹ ਫੈਮਿਨਿਜ਼ਮ ਦੀ ਗੱਲ ਹੀ ਨਹੀਂ, ਇਹੀ ਗੱਲ ਹੈ। ਔਰਤਾਂ ਤਲਾਕ ਹੋ ਰਹੀ ਹੈ, ਔਰਤਾਂ ਅਵੇਅਰ ਹੋ ਗਈਆਂ ਨੇ, ਤਲਾਕਾਂ ਲੈ ਰਹੀਆਂ। ਮੇਰੇ ਗੱਲ ਸੁਣੋ, ਔਰਤਾਂ ਅਵੇਅਰ ਨਹੀਂ ਹੈਗੀਆਂ। ਪਤਾ ਕਿਸ ਗੱਲਾਂ ਤੋਂ ਤਲਾਕਾਂ ਹੋ ਰਹੀਆਂ ਨੇ ਤੁਹਾਨੂੰ ਪਤਾ ਵੀ ਹੈਗਾ। ਮੈਂ ਕਿਤੇ ਕੋਈ ਮਰਦਾਂ ਨੂੰ ਜਸਟੀਫਾਈ ਨਹੀਂ ਕਰ ਰਿਹਾ, ਤੁਹਾਨੂੰ इंटॉलरेंस, अदम बर्दाश्त, अवेयर हो गई है ना, एजुकेटेड हो गई है ना, अदम बर्दाश्त। यहां तक के एक मर्द का ये कहना भी कि अभी यहां नहीं जाओ, ये तुम्हारे लिए सेफ नहीं है, ये तुम्हारी बाउंड्री, ये बर्दाश्त नहीं करने को तैयार औरत। अदम बर्दाश्त इस पीक पे चली गई है, इनटॉलरेंस उस पीक पे चली गई है। वो मर्द का मुकाबला कर रही है औरत, शाना बशाना खड़ा होना चाहिए। ठीक नहीं, हाँ, मर्द के शाना बशाना खड़ा होना ठीक नहीं है। कोई नवी बहस आ गई है अब, बिल्कुल ठीक है गए मर्द शाना बशाना, मर्द के शाना बशाना रिस्पॉन्सिबिलिटी में खड़ी हो। उसकी रिस्पॉन्सिबिलिटी है अपने घर पे तवज्जो देना, बच्चों की परवरिश करना। मर्द की रिस्पॉन्सिबिलिटी है कि नान नफका पूरा करना, कमा के लाना, बेगम का ख्याल करना, बेगम को प्रोटेक्ट करना, बेगम की हेल्थ का ख्याल रखना, बेगम की एजुकेशन का ख्याल रखना, बेगम की कोई भी नीड है उसको पूरी करना। जो रिस्पॉन्सिबिलिटी है उसमें, हाँ, अपनी रिस्पॉन्सिबिलिटीज पूरी करें, बांट लें। हाँ, 50-50 ਅੱਜਕੱਲ ਤੁਹਾਨੂੰ ਵੀ ਮੈਂ ਦੱਸਦਾ ਕਿ ਔਰਤ ਤੇ ਮਰਦ 50-50 ਬਿਲਸ ਵੀ ਕਰ ਰਹੇ ਨੇ ਤੇ ਘਰ ਦੀ ਰਿਸਪੌਂਸਿਬਿਲਿਟੀ ਵੀ ਕਰ ਰਹੇ ਨੇ। ਤੁਹਾਨੂੰ ਲੱਗਦਾ ਕਿ ਜ਼ਿਆਦਾ ਬਿਹਤਰ ਆਪਸ਼ਨ ਹੈ ਮਰਦ ਦੀ ਵੀ ਥੋੜੀ ਟਿਪਕਲੀ ਆ ਜਾਣਾ ਘਰ ਦੇ ਤੇ ਚੀਕਾਂ ਮਾਰਨਾ ਸ਼ੁਰੂ ਕਰ ਦਿੰਦੀ ਹੈ ਕੁੜੀ, ਤੇ ਤੁਸੀਂ ਕਹਿ ਰਹੇ ਹੋ ਸ਼ਾਨਾ ਬਸ਼ਾਨਾ ਖੜੀ ਹੋ। ਖੁਦਾ ਦੇ ਨਾਲ अल्लाह ताला ने मर्द को कुछ चीजों में सुपीरियर किए है और इस चीज को एक्सेप्ट करें। यही वो माइंडसेट है कि हम मुकाबला करेंगे, हम डोमिनेंस है। मुकाबला नहीं सर है। आप मेरी बात सुने, सरबरा मेरी बात सुने, पूरी कायनात का निजाम जो चल रहा है ना, वो एक डोमिनेंस के ऊपर चल रहा है। मेरी बात सुने, घर का सरबरा, घर का लीडर तस्लीम करना पड़ेगा आपको मर्द को, और जब आप उसकी लीडरशिप को, उसकी सरबराहत, उसके सरबरा होने को चैलेंज करते हैं ना, वहां से डिस्ट्रक्शन शुरू होती है। ਤੁਸੀਂ ਕਹਿੰਦੇ ਹੋ ਕਿ ਮਰਦ ਸਭ ਤੋਂ ਜ਼ਿਆਦਾ ਮਜ਼ਲੂਮ ਹੈ ਅੱਜ ਦੇ ਦੌਰ 'ਚ, ਵਾਕਈ ਸੱਚ ਹੈ? ਮੈਂ ਕਿਦੋਂ ਕਿਹਾ? ਤੁਸੀਂ ਕਿਹਾ ਹੈ ਗੱਲ ਆਪਣੇ ਇੱਕ ਸ਼ੋਅ ਦੇ ਵਿੱਚ ਕਿ ਸਭ ਤੋਂ ਜ਼ਿਆਦਾ ਮਜ਼ਲੂਮ ਮਰਦ ਹੈ। ਇਨ ਜਨਰਲ ਤੁਸੀਂ ਕਿਹਾ ਸੀ ਕਿ ਮਜ਼ਲੂਮ ਹੈ, ਉਹਦੇ ਉੱਤੇ ਫਲਾਣੀ ਰਿਸਪੌਂਸਿਬਿਲਿਟੀ, ਉਹ ਇੰਜ ਕਰਦਾ ਹੈ। ਨਹੀਂ ਹੈ ਤੇ ਕਿਉਂ ਹੈ? ਤੁਹਾਨੂੰ ਲੱਗਦਾ ਕਿ ਉਹਨੇ ਆਪਣੇ ਸਿਰ ਤੇ ਆਪ ਪਾਈ ਹੋਈ ਹੈ? ਇਹ ਰਿਸਪੌਂਸਿਬਿਲਿਟੀ ਇਸਲਾਮ ਨੇ ਅਗਰ ਉਹ ਆਪਣੀ ਘਰ ਦੀਆਂ ਭੈਣਾਂ ਨੂੰ, ਇੱਕ ਬੰਦਾ 5 ਭੈਣਾਂ ਦਾ ਵਿਆਹ ਕਰਦਾ, ਇੱਕ ਬੰਦਾ
ਤੇ ਉਹ ਆਪਣੀ ਭੈਣਾਂ ਨੂੰ ਜੇ ਪੜ੍ਹਾਏ, ਉਹ ਵੀ ਕਮਾਨ, ਸਾਰਾ ਕੁਝ ਰਲ ਕੇ ਸਿਸਟਮ ਚਲਾਉਣ, ਤਾਂ ਲੱਗਦਾ ਕਿ ਉਹਦੀ ਵੀ ਵਿਚਾਰੇ ਦੀ ਰਿਸਪੌਂਸਿਬਿਲਿਟੀਆਂ ਹਰ ਚੀਜ਼ ਕਰੇ ਲੇਕਿਨ ਮਰਦ ਦੀ ਹਾਕਮੀਅਤ ਨੂੰ ਚੈਲੰਜ ਨਾ ਕਰੇ। ਹਾਕਮੀਅਤ ਨੂੰ ਕੋਈ ਚੈਲੰਜ ਨਹੀਂ ਕਰਦਾ, ਤੁਸੀਂ ਇਹ ਆਪਣੇ ਕਹਿ ਰਹੇ ਹੋ ਰਾਈਟਸ ਮੰਗਦੇ ਨੇ। ਕਿਹੜਾ ਅਸੀਂ ਫਿਰ ਤੇ ਦੋ ਹੱਕਮ ਹੋ ਗਏ ਨਾ ਘਰ ਆਪਣੇ ਦੇ। ਰਾਈਟਸ ਮੰਗਦੀਆਂ ਨੇ ਔਰਤਾਂ। ਕਿਹੜਾ ਰਾਈਟਸ ਨੇ? ਟੂ ਸਟੱਡੀ, ਟੂ ਵਰਕ, बिल्कुल करे, टू गेट जॉब, मैं तो कहता हूँ मर्द की रिस्पॉन्सिबिलिटी है उसको एजुकेट करना, और हम तो इस चीज के हक में है कि लड़की को काबिल होना चाहिए, एजुकेटेड होना चाहिए। और मर्द ਨੂੰ ਹਰ ਵਕਤ ਸਾਡਾ ਪ੍ਰੋਟੈਕਟਰ ਹੋਣ ਦੀ ਵੀ ਲੋੜ ਨਹੀਂ ਹੈ, ਜੋ ਸਮਝਦਾ ਹੈ ਕਿ ਅਸੀਂ ਹਰ ਵਕਤ ਪ੍ਰੋਟੈਕਟਰ ਹਾਂ ਔਰਤ ਦੇ, ਐਸਾ ਵੀ ਨਹੀਂ ਹੈ। ਕੌਣ ਹੈ ਤੁਹਾਡਾ ਪ੍ਰੋਟੈਕਟਰ? ਸਰ ਅਸੀਂ ਆਪ ਵੀ ਪ੍ਰੋਟੈਕਟ, ਅਸੀਂ ਜੋ ਰਾਤ ਨੂੰ ਬਾਹਰ ਜਾਂਦੇ ਹਾਂ ਨਾ, ਅਸੀਂ ਜਿੰਨਾਂ ਤੋਂ ਨਹੀਂ ਡਰਦੇ, ਅਸੀਂ ਬੰਦਿਆਂ ਤੋਂ ਹੀ ਡਰਨੇ ਆ। ਤੇ ਬੰਦਿਆਂ ਤੋਂ ਕਿੰਨੇ ਬਚਾਣਾ ਹੈ? ਇਹ ਕਿਹਦਾ ਹੁਕਮ ਤੁਹਾਡੇ ਪਰ ਪ੍ਰੋਟੈਕਸ਼ਨ ਹੈ ਤੇ ਨਹੀਂ ਹੈਗਾ, ਤੁਹਾਡੇ ਨਾਲ ਪਿਸਤੌਲਾਂ ਲੈ ਕੇ ਖੜਾ ਹੋਏਗਾ। ਪ੍ਰੋਟੈਕਸ਼ਨ ਦਾ ਮਤਲਬ ਪਤਾ ਕੀ ਹੈ ਮੇਰੀ ਭੈਣ? ਪ੍ਰੋਟੈਕਸ਼ਨ ਦਾ ਮਤਲਬ ਹੈਗਾ ਤੁਹਾਨੂੰ ਕਹਿਣਾ ਕਿ ਤੁਹਾਡੇ ਲਿਬਾਸ ਦਾ ਖਿਆਲ ਰੱਖਣਾ, ਤੁਹਾਡੇ ਅਟਾਇਰ ਦਾ ਖਿਆਲ ਰੱਖਣਾ, ਤੁਹਾਡੇ ਉੱਤੇ ਕਰਫਿਊ ਨਾਫਿਜ਼ ਕਰਨਾ ਕਿ 10 बजे के बाद घर से बाहर ना जाओ, बाहर दरिंदे घूम रहे हैं। और दरिंदे भी बंदे ही ने। हाँ अच्छा, बंदे ने तो ਉਹਨਾਂ ਕੋਲ ਬਚਾ ਰਹੇ ਨਾ ਮਰਦ। ਤੁਸੀਂ ਫਿਰ ਰਿਬੈਲ ਅਗਰ ਕਰ ਦੋਗੇ ਕਿ ਤੂੰ ਕੌਣ ਹੁੰਦਾ ਮੈਨੂੰ ਕਰਨ ਵਾਲਾ? ਤੂੰ ਕੌਣ ਹੁੰਦਾ? ਉਹ ਬੰਦਾ ਜਿਹੜਾ ਆਪ ਬਹੁਤਾ ਦਰਿੰਦਾ ਹੁੰਦਾ ਨਾ, ਕਾਰ ਹੋਣੀ ਹੈ ਤੇ ਮੇਰੀ ਗੱਲ ਬੰਦੀਆਂ ਵੀ ਸੁਣੋ, ਤੁਸੀਂ ਜਦੋਂ ਮਰਦ ਦੀ ਹਾਕਮੀਅਤ ਨੂੰ ਚੈਲੰਜ ਕਰਦੇ ਹੋ, ਮਰਦ ਦੀ ਤੁਸੀਂ ਲੀਡਰਸ਼ਿਪ ਨੂੰ ਚੈਲੰਜ ਕਰਦੇ ਹੋ ਘਰ ਦੇ ਅੰਦਰ, ਉੱਥੋਂ ਕਾਰ ਟੁੱਟਦਾ ਹੈ, ਉੱਥੇ ਫੈਮਿਲੀ ਨਿਜ਼ਾਮ ਪੂਰਾ ਚੈਲੰਜ ਹੁੰਦਾ ਹੈ। ਮਰਦ ਦੀ ਈਗੋ ਹਰਟ ਹੁੰਦੀ ਹੈ। ਮਰਦ ਦੀ ਈਗੋ ਹਰਟ ਹੁੰਦੀ ਹੈ। ਮਰਦ ਕਿਹਦੇ ਵਾਸਤੇ ਤੁਹਾਨੂੰ ਰੋਕ ਰਿਹਾ ਹੈ? ਤੁਹਾਨੂੰ ਪ੍ਰੋਟੈਕਟ ਕਰਨ ਵਾਸਤੇ। ਬੜੀਆਂ ਗੱਲਾਂ ਨੇ। ਖੈਰ ਮੈਂ ਤੁਸੀਂ ਮੇਰੇ ਗੈਸਟ ਨੂੰ ਮੇਰੀ ਗੱਲਾਂ ਬੜੀ ਪਸੰਦ ਆ ਰਹੀਆਂ ਹੋਣਗੀਆਂ, ਤੁਹਾਡੇ ਹਸਬੰਡ ਨੂੰ ਬੜੀ ਪਸੰਦ ਆ ਰਹੀਆਂ ਹੋਣਗੀਆਂ ਮੇਰੀ ਗੱਲਾਂ। ਹਾਂ ਠੀਕ ਹੈ, ਫਿਰ ਕੋਈ ਨਵੀਂ ਗੱਲ ਕਰਤੀ ਨਹੀਂ, ਉਹਨਾਂ ਨੂੰ ਮੇਰੀਆਂ ਵੀ ਪਸੰਦ ਆ ਰਹੀਆਂ ਹੋਣਗੀਆਂ। ਮੇਰੀ ਵੀ ਪਸੰਦ ਆ। ਸਾਡਾ ਵੀ ਕਿਸੇ ਗੱਲ ਤੋਂ ਹੀ ਵਿਆਹ ਹੋਇਆ ਹੈ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਤੁਹਾਨੂੰ ਖੁਸ਼ ਖੁਰਮ ਰੱਖੇ। ਅਲਬੱਤਾ ਮਾਮਲਾ ਹੈਗਾ ਕਿ ਅੱਲਾਹ ਮੇਰੀ ਇਸਲਾਹ ਕਰੇ, ਇਹੀ ਕਹਿਣਾ ਤੁਸੀਂ। ਅੱਲਾਹ ਤਾਲਾ ਤੁਹਾਡੀ ਵੀ ਇਸਲਾਹ ਕਰੇ, ਤੁਹਾਨੂੰ ਹਦਾਇਤ ਵੀ ਦੇ, ਮੇਰੀ ਵੀ ਕਰੇ, ਮੇਰੀ ਵੀ ਕਰੇ। ਖੈਰ ਕੋਈ ਵੀ ਕਹਾ ਸੁਣੀ ਮਾਫ ਸਰ, ਸ਼ੋਅ ਦਾ ਤੁਸੀਂ ਵੀ, ਤੁਹਾਡੀ ਵੀ ਫਲੈਟ ਹੈ, ਤੁਸੀਂ ਇਸਲਾਮਾਬਾਦ ਤੁਹਾਡਾ ਸ਼ੋਅ ਹਿੱਟ ਹੋ ਗਿਆ ਲੇਕਿਨ। ਹੈ ਤੁਹਾਡਾ ਸ਼ੋਅ ਹਿੱਟ ਹੋ ਗਿਆ ਲੇਕਿਨ ਸਰ, ਉਹ ਤੇ ਮੈਂ ਜ਼ਰਾ ਆਪਣੀ ਭੈਣਾਂ ਵਾਸਤੇ ਦੇ ਵੱਲੋਂ ਕੋਈ ਗੱਲ ਕੀਤੀ, ਹਾਲਾਂਕਿ ਕਾਫੀ ਭੈਣਾਂ ਨੇ ਮੇਰੇ ਅਗੇਂਸਟ ਵੀ ਹੋ ਜਾਣਾ, ਲੇਕਿਨ ਸਮਝੋ ਤੁਹਾਡੇ ਹੀ ਹੱਕ ਦੀਆਂ ਗੱਲਾਂ ਨੇ। ਮੇਰੀ ਬਹਿਨੋ, ਇਹਨਾਂ ਦੀ ਗੱਲ ਬਿਲਕੁਲ ਨਾ ਮੰਨਣਾ, ਵੱਲਾ ਤੁਹਾਨੂੰ ਗੁੰਮਰਾਹੀ ਦੇ ਰਾਸਤੇ 'ਚ ਪਾ ਕੇ ਆਇਆ, ਤੁਹਾਡਾ ਘਰ ਤੋੜਵਾ ਦੇਣਾ। ਮੇਰੀਆਂ ਜਿਹੜੀਆਂ ਭੈਣਾਂ ਨੇ ਸਮਝਣਾ ਨਾ ਸਮਝ ਲਿਆ। ਜਿਹੜਾ ਘਰ ਇਹਨਾਂ ਗੱਲਾਂ ਤੋਂ ਟੁੱਟ ਜਾਵੇ, ਉਹ ਕਿਹੜਾ ਘਰ ਹੈ? ਛੱਡੋ ਫਿਰ। ਖੈਰ ਹੋਰ ਮੇਰੀ ਗੱਲ ਸੁਣੋ, ਧਿਆਨ ਨਾਲ ਤੁਸੀਂ ਜਾਓ ਇਸਲਾਮਾਬਾਦ, ਪਹਾੜ ਇੰਜੋਏ ਕਰੋ, ਤੇ ਨਜ਼ਰਾਂ ਤੁਸੀਂ ਇੱਧਰ ਉੱਧਰ ਨਹੀਂ ਵੇਖਣਾ, ਤੁਹਾਡੇ ਤੋਂ ਮੈਨੂੰ ਬੜਾ ਡਰ ਹੈ, ਠੀਕ ਹੈ ਨਾ? ਅੱਲਾਹ ਦੇ ਫਜ਼ਲੋ ਕਰਮ ਨਾਲ ਅਸੀਂ ਅਲਹਮਦੁਲਿਲਾ ਅੱਲਾਹ ਦੇ ਫਜ਼ਲੋ ਕਰਮ ਨਾਲ ਦੁਆ ਕਰਨ ਵਾਲੇ ਹਾਂ। ਅੱਲਾਹ ਤਾਲਾ ਸਾਨੂੰ ਕੋਈ ਵੀ ਹਰਾਮ ਕੰਮ ਕਰਨ ਦੀ ਤੌਫੀਕ ਹੀ ਨਾ ਤਾ ਕਰੇ, ਤੌਫੀਕ ਹੀ ਨਾ ਤਾ ਕਰੇ। ਅਸੀਂ ਇਹ ਦੁਆ ਕਰਦੇ ਅੱਲਾਹ ਤਾਲਾ ਸਾਡੀ ਨਜ਼ਰਾਂ ਦੀ ਹਿਫਾਜ਼ਤ ਕਰੇ, ਸਾਡੀ ਹਯਾ ਦੀ ਹਿਫਾਜ਼ਤ ਕਰੇ, ਸਾਡੇ ਈਮਾਨ ਦੀ ਹਿਫਾਜ਼ਤ ਕਰੇ। ਆਮੀਨ ਸਰ। ਬਹੁਤ ਇੱਕ ਵਾਰੀ ਫਿਰ ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ, ਤੁਸੀਂ ਆਏ, ਹਾਲਾਂਕਿ ਬਹੁਤ ਸ਼ਾਰਟ ਟਾਈਮ ਸੀ, ਬਟ ਥੈਂਕ ਯੂ ਸੋ ਮਚ। ਅੱਲਾਹ ਹਾਫਿਜ਼। ਤੁਹਾਡੇ ਨਾਲ ਵੀ ਇਨਸ਼ਾਅੱਲਾ ਮੁਲਾਕਾਤ ਹੋਏਗੀ ਅਗਲੇ ਪੋਡਕਾਸਟ ਦੇ ਵਿੱਚ। ਸਾਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।